ਮਸੀਹ ਸਾਰਿਆਂ ਨੂੰ bless you. Praise the Lord. ਪ੍ਰਭੂ ਦਾ ਆਪਾਂ ਧੰਨਵਾਦ, ਪ੍ਰਭੂ ਦੀ ਵਡਿਆਈ, ਪ੍ਰਭੂ ਦਾ ਸ਼ੁਕਰ ਕਰਦੇ ਹਾਂ Amen. Yes. ਕਿ ਸੱਚੀ ਜਿੱਦਾਂ ਤੁਸੀਂ ਕਹਿਣਾ ਹੈ ਹਰੇਕ ਵਾਰੀ ਇਹੀ ਕਹਿੰਦੀ ਆ, ਅੱਜ ਦਾ ਦਿਨ ਇੱਕ ਬਹੁਤ ਹੀ ਸੋਹਣਾ ਦਿਨ ਹੋ ਜਿਹਦੇ ਵਿੱਚ ਪ੍ਰਭੂ ਨੇ ਆਪਾਂ ਨੂੰ ਜੀਂਦੇ ਰੱਖਿਆ। Yep. ਇਸ ਕਰਕੇ ਨਹੀਂ ਕਰਕੇ ਆਪਾਂ ਚੰਗੇ ਕੰਮ ਕੀਤੇ ਜਾਂ ਆਪਾਂ ਬਹੁਤ ਚੰਗੇ ਆ, ਪਰ ਲੋਕਾਂ ਤੇ Yes, that's right. ਕਿਉਂਕਿ ਬਹੁਤ ਸਾਰੇ ਅੱਜ ਆਪਾਂ ਦੇਖ ਰਹੇ ਹਾਂ ਇੰਡੀਆ ਦੇ ਵਿੱਚ, ਹੋਰ ਸਾਰੇ ਮੁਲਕਾਂ ਦੇ ਵਿੱਚ ਬਿਮਾਰੀਆਂ ਨਾਲ ਲੜਾਈ ਲੜ ਰਹੇ ਆ ਤੇ ਕਈ ਉਹਨਾਂ ਨੂੰ ਮੁੜ ਕੇ ਉੱਠਣ ਦਾ ਉੱਠ ਨਹੀਂ ਸਕੇ, ਪਰ ਉਹ ਇਸ ਦੁਨੀਆ ਨੂੰ ਛੱਡ ਕੇ ਚਲ ਗਏ। ਉਹਨਾਂ ਲਈ ਅਸੀਂ ਬਹੁਤ ਸੌਰੀ ਫੀਲ ਕਰਦੇ ਹਾਂ, ਪਰ ਪ੍ਰਭੂ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਹੜੇ ਆਪਾਂ ਜੀਂਦੇ ਹਾਂ ਤੇ ਆਪਾਂ ਇਸ ਵੇਲੇ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰ ਸਕੀਏ ਜੇ ਆਪਾਂ ਜੀਂਦੇ ਹਾਂ, Amen. ਤਾਂ ਕਿ ਅਸੀਂ ਉਸ ਮੁਸੀਬਤ ਦੇ ਵਿੱਚੋਂ ਜਿਹੜੀ ਬੈਰੀ ਨੇ ਸਾਰੀ ਦੁਨੀਆ ਦੇ ਵਿੱਚ ਫੈਲਾਈ ਆ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਲੋਕਾਂ ਨੂੰ ਬਚਾ ਸਕੀਏ ਕਿਸੇ ਨਾ ਕਿਸੇ ਤਰ੍ਹਾਂ। ਸੋ ਆਪਾਂ ਪਰਮੇਸ਼ਰ ਦੇ ਅੱਗੇ ਦੁਹਾਈ ਦਈਏ, ਤਾਂ ਹੀ ਆਪਾਂ ਨੂੰ ਪਤਾ ਲੱਗਣਾ ਆ ਕਿ ਆਪਾਂ ਜੀਂਦੇ ਆ, ਕਿਉਂਕਿ ਜੀਂਦੇ ਆ ਬੈਠਣ ਨੂੰ, ਆਰਾਮ ਕਰਨ ਨੂੰ ਨਹੀਂ, ਇੱਕ ਤਰ੍ਹਾਂ ਅਸੀਂ ਆਪਣੇ ਲੋਕਾਂ ਦੀ ਮਦਦ ਕਰਨ ਨੂੰ ਬੈਠੇ। ਪਰਮੇਸ਼ਰ ਨੇ ਸਾਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਫੇਰ ਉਹਦੀ ਵਡਿਆਈ ਕਰ ਸਕੀਏ ਤੇ ਉਹਦੇ ਲੋਕਾਂ ਤੱਕ ਉਹਦਾ ਸੁਨੇਹਾ ਪਹੁੰਚਾ ਸਕੀਏ। Amen. ਸੋ ਜਿੰਨੇ ਵੀ ਅੱਜ ਤੁਸੀਂ ਸਾਰੇ ਜਣੇ ਜੁੜੇ ਆ, ਆਪਾਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰੇ ਵੈਲ ਐਂਡ ਸੇਫ ਹੋ ਤੇ ਪ੍ਰਭੂ ਦੀ ਕਿਰਪਾ ਤੁਹਾਡੇ ਤੇ ਆ, ਪ੍ਰਭੂ ਦੀ ਕਿਰਪਾ ਸਾਡੇ ਤੇ ਆ। ਅਸੀਂ ਦੇਖ ਸਕਦੇ ਹਾਂ, ਅਸੀਂ ਫ੍ਰੀ ਹਾਂ ਤੇ ਅਸੀਂ ਆਪਣਾ ਆਪ ਚੱਕ ਸਕਦੇ ਹਾਂ, ਅਸੀਂ ਬੋਲ ਕੇ ਦੂਜਿਆਂ ਨੂੰ ਪ੍ਰਭੂ ਦੀ ਵਡਿਆਈ ਕਰਕੇ ਦੱਸ ਸਕਦੇ ਹਾਂ। ਔਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੀ ਹਾਂ, ਵੈਲਕਮ ਕਰਦੀ ਹਾਂ ਉਸ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਿਹੜਾ ਇਸ ਦੁਨੀਆ ਨੂੰ ਬਣਾਉਣ ਵਾਲਾ, ਮੈਨੂੰ ਤੇ ਤੁਹਾਨੂੰ ਬਣਾਉਣ ਵਾਲਾ ਹੈ। ਸੋ ਆਪਾਂ ਉਹਦੀ ਹਜ਼ੂਰੀ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ ਕਿ ਉਹ Amen. ਜ਼ਰੂਰ ਵਿਸ਼ਵਾਸ ਦੇ ਨਾਲ, ਨਿਸ਼ਚਾ ਦੇ ਨਾਲ, ਜਿੱਥੇ ਵੀ ਤੁਸੀਂ ਹੈਗੇ ਆ ਉੱਥੇ ਉਹ ਤੁਹਾਡੇ ਨਾਲ, Yep. ਕਿਉਂਕਿ ਉਹਨਾਂ ਦਾ ਵਾਅਦਾ ਆ ਕਿ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਰਹਿੰਦਾ ਹਾਂ। That's right. ਪਰ ਗੱਲ ਇਹ ਆ ਕਿ ਤੇ ਆਪਾਂ ਉਹ ਤੋਂ ਅਲੱਗ ਨਾ ਹੋ ਜਾਈਏ। ਬਹੁਤ ਵਾਰੀ ਆਪਾਂ ਵਾਅਦੇ ਤਾਂ ਕਲੇਮ ਕਰਨੇ ਚਾਹੁੰਦੇ ਹੁੰਦੇ ਆ ਤੇ ਕਰਦੇ ਵੀ ਹੈਗੇ ਆ ਤੇ ਕਰਨੇ ਚਾਹੀਦੇ ਵੀ ਆ, ਪਰ ਨਾਲ ਨਾਲ ਸਾਨੂੰ ਉਹਦੇ ਨਾਲ ਰਹਿਣ ਦੀ ਵੀ ਲੋੜ ਆ ਤਾਂ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣ ਸਕੀਏ। ਸੋ ਫਿਰ ਮੈਂ ਕਹਿੰਦੀ ਆ ਕਿ ਜਿਹੜਾ ਲਿੰਕ ਆ ਤੁਸੀਂ ਜ਼ਰੂਰ ਦੂਜਿਆਂ ਨਾਲ ਵੰਡੋ, ਕਿਉਂਕਿ ਬਹੁਤ ਖਿਆਈ ਦਾ ਟਾਈਮ ਆ, ਬਹੁਤ ਘੜੀ ਲਾਗੇ ਆ ਗਈ ਆ ਕਿ ਯਿਸੂ ਮਸੀਹ ਮੁੜ ਕੇ ਆਉਣ ਵਾਲੇ ਆ। Amen. ਕਿਸੇ ਨੂੰ ਡੇਟ ਦਾ, ਟਾਈਮ ਦਾ ਪਤਾ ਨਹੀਂ, ਨਾ ਆਪਾਂ ਨੂੰ ਪਤਾ ਕਿ ਆਪਣੇ ਜੀਵਨ ਦੇ ਵਿੱਚ ਕੀ ਹੋਣ ਵਾਲਾ ਹੈ, ਪਰ ਪਰਮੇਸ਼ਰ ਨੂੰ ਪਤਾ ਹੈ। That's right. ਸੋ ਆਪਾਂ ਇੱਕ ਦੂਏ ਨੂੰ ਵਾਰਨਿੰਗ ਦੇ ਸਕੀਏ ਬਚਨਾਂ ਦੇ ਰਾਹੀਂ। ਕਿਉਂ ਬਚਨ ਜ਼ਰੂਰੀ ਆ? ਕਿਉਂਕਿ ਇਸ ਬਚਨਾਂ ਦੇ ਨਾਲ ਪ੍ਰਭੂ ਆਪਣੇ ਲੋਕਾਂ ਦੀ ਮਦਦ ਕਰਦੇ ਆ। ਇਸ ਬਚਨਾਂ ਦੇ ਨਾਲ ਸਾਨੂੰ ਉਹਦੇ ਰਾਹਾਂ ਦਾ ਪਤਾ ਲੱਗਦਾ, ਇਸ ਬਚਨਾਂ ਦੇ ਨਾਲ ਪਤਾ ਲੱਗਦਾ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਕਿੱਥੇ ਸਹੀ ਹਾਂ ਤੇ ਕਿੱਥੇ ਗਲਤ ਹਾਂ, ਕਿੱਥੇ ਪਰਮੇਸ਼ਰ ਜੀ ਪਿਤਾ ਜੀ ਸਾਨੂੰ ਕਰੈਕਟ ਕਰਨਾ ਚਾਹੁੰਦੇ ਆ। ਤੇ ਇਸੇ ਬਚਨਾਂ ਦੇ ਰਾਹੀਂ ਪਰਮੇਸ਼ਰ ਵਚਨ ਕਹਿੰਦਾ ਕਿ ਮੈਂ ਆਪਣਾ ਬਚਨ ਘੱਲ ਕੇ ਉਹਨਾਂ ਨੂੰ ਚੰਗਿਆਈ ਦਿੰਦਾ ਹੈ। ਸੋ ਜਿਹੜੇ ਇਸ ਵੇਲੇ ਲੋਕ ਮੁਸੀਬਤ ਵਿੱਚ ਆ, ਬਿਮਾਰਾਂ ਵਿੱਚ ਆ, ਉਹ ਪ੍ਰਭੂ ਦੇ ਵਚਨ ਦੇ ਨਾਲ ਚੰਗੇ ਹੋ ਸਕਦੇ ਆ। ਸੋ ਤੁਸੀਂ ਜ਼ਰੂਰ ਇਹ ਲਿੰਕ ਦੂਜਿਆਂ ਨਾਲ ਸ਼ੇਅਰ ਕਰੋ ਤੇ ਆਪਾਂ ਸਾਰੇ ਰਲ ਮਿਲ ਕੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਤੇ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਵਿੱਚ ਸ਼ਕਤੀ ਆ, ਉਹ ਸ਼ਕਤੀ ਉਹਨੇ ਆਪਾਂ ਨੂੰ ਵੀ ਦਿੱਤੀ ਹੈ। ਆਮੇਨ। Amen. Amen. ਸੋ ਫੇਰ ਕੀ ਤੁਹਾਡਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਜਿੰਨੇ ਵੀ ਆਪਣੇ ਨਾਲ ਜੁੜੇ ਆ ਕਿ ਤੁਸੀਂ ਸਾਰੇ ਜਣੇ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਆ ਤੇ ਆਪਾਂ ਜ਼ਰੂਰ ਪ੍ਰਭੂ ਦੇ ਬਚਨਾਂ ਵੱਲ ਅੱਜ ਧਿਆਨ ਦੇਣਾ ਹੈ ਤੇ ਪ੍ਰਭੂ ਦੀ ਕਿਰਪਾ ਲਈ ਹਰ ਵੇਲੇ ਆਪਣੇ ਮੂੰਹ ਦੇ ਵਿੱਚੋਂ ਧੰਨਵਾਦ ਨਿਕਲ ਸਕੇ। ਤੇ ਅੱਜ ਆਪਾਂ ਬਚਨ ਪੜ੍ਹਦੇ ਹਾਂ ਅਫਸੀਆਂ ਜਿਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ, ਉਹਦਾ 6 ਚੈਪਟਰ ਤੇ ਉਹਦੀ 12 ਤੋਂ ਲੈ ਕੇ 20 ਤੱਕ। ਅਫਸੀਆਂ ਚੈਪਟਰ 6 verse 10 until 20। Amen. ਓਕੇ ਜੀ, That's right. ਆਪਾਂ ਪੜ੍ਹਦੇ ਹਾਂ ਨਿਊ ਟੈਸਟਮੈਂਟ ਦੇ ਵਿੱਚ ਆ। ਮੁੱਕਦੀ ਗੱਲ
ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋ। ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ, ਜੋ ਸੁਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ, ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖਲੋ ਜਾਓ। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਾਓ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ, ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ, ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ, ਅਤੇ ਇਹਦੇ ਨਿਮਿਤ ਸਾਰੀਆਂ ਸੰਗਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਵੀ ਰਹੋ। ਅਤੇ ਮੇਰੇ ਲਈ ਵੀ ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਦ ਖੋਲ੍ਹ ਦਿਆਂ, ਜਿਹਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਐਲਚੀ ਹਾਂ, ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। ਆਮੈਨ। Amen. Hallelujah. ਪ੍ਰਭੂ ਇਸ ਬਚਨ ਦੇ ਉੱਤੇ ਆਪਣੀ ਬਰਕਤ ਪਾਵੇ, ਤੇ ਅੱਜ ਆਪਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ, ਕਿਉਂਕਿ ਜਦੋਂ ਆਪਾਂ ਟਾਈਮ ਕੱਢਦੇ ਹਾਂ, ਕਈ ਵਾਰੀ ਸਾਡਾ ਬਹੁਤ ਟਾਈਮ ਬਿਜ਼ੀ ਹੁੰਦਾ ਹੈ ਲਾਈਫ ਦੇ ਵਿੱਚ, ਤੇ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਉਸ ਬਿਜ਼ੀ ਟਾਈਮ 'ਚੋਂ ਕੱਢ ਕੇ ਆਏ ਆ, ਤੇ ਪਰ ਆਪਾਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਖਾਲੀ ਕਰਕੇ ਤੇ ਉਹਦੀ ਆਵਾਜ਼ ਸੁਣਨ ਵਾਸਤੇ ਬੈਠਣਾ ਹੈ, ਤਿਆਰੀ ਕਰਨੀ ਆ। ਸੋ ਉਹ ਆਪਾਂ ਪ੍ਰਾਰਥਨਾ ਦੇ ਵਿੱਚ ਜਾਂਦੇ ਹਾਂ। ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਵਾਸਤੇ ਜੋ ਤੁਸੀਂ ਸਾਨੂੰ ਜੀਂਦੇ ਰੱਖਿਆ ਹੈ। ਧੰਨਵਾਦ ਕਰਦੇ ਹਾਂ ਹੱਦੋਂ ਵੱਧ ਫਤਿਹ ਦਿੱਤੀ ਹੈ। ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਿਆ। ਧੰਨਵਾਦ ਤੇ ਸ਼ੁਕਰ ਕਰਦੇ ਹਾਂ ਪ੍ਰਭੂ ਜੀ, ਕਾਲਾਂ ਤੋਂ ਬਚਾ ਕੇ ਰੱਖਿਆ। ਧੰਨਵਾਦ ਤੇ ਸ਼ੁਕਰ ਕਰਦੇ ਪ੍ਰਭੂ ਜੀ, ਕਿਸੇ ਚੀਜ਼ ਦੀ ਘਾਟ ਨਹੀਂ ਦਿੱਤੀ। ਧੰਨਵਾਦ ਤੇ ਸ਼ੁਕਰ ਕਰਦੇ ਪ੍ਰਭੂ ਜੀ ਤੁਹਾਡੀ ਕਿਰਪਾ ਵਾਸਤੇ, ਤੁਹਾਡੀ ਮਹਿਮਾ ਕਰਦੇ ਪ੍ਰਭੂ ਜੀ ਤੁਹਾਡੇ ਵਚਨਾਂ ਵਾਸਤੇ, ਯਿਸੂ ਮਸੀਹ ਵਾਸਤੇ, ਜਿਹਨੇ ਸਾਡੇ ਪਾਪਾਂ ਦੀ ਖਾਤਰ ਕ੍ਰੋਸ ਦੇ ਉੱਤੇ ਆਪਣਾ ਖੂਨ ਬਹਾ ਦਿੱਤਾ। ਧੰਨਵਾਦ ਕਰਦੇ ਪ੍ਰਭੂ ਜੀ ਕਿ ਉਹਨੇ ਆਪਣਾ ਸਰੀਰ ਤੜਵਾਤਾ ਸਾਡੇ ਪਾਪੀਆਂ ਦੀ ਖਾਤਰ। ਧੰਨਵਾਦ ਕਰਦੇ ਜੋ ਤੁਹਾਡੇ ਵਚਨ ਅੱਜ ਸਾਡੇ ਕੋਲ ਆ, ਔਰ ਤੁਹਾਡਾ ਪਵਿੱਤਰ ਆਤਮਾ ਜੋ ਸਾਨੂੰ ਗਾਈਡ ਕਰਦਾ ਹੈ, ਉਹਦੇ ਵਾਸਤੇ ਅਸੀਂ ਧੰਨਵਾਦ ਕਰਦੇ। ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਅਨਾਥ ਨਹੀਂ ਛੱਡਿਆ, ਪਰ ਆਪਣੇ ਵਾਅਦੇ ਦੇ ਮੁਤਾਬਕ, ਆਪਣੇ ਬਚਨਾਂ ਦੇ ਅਨੁਸਾਰ ਤੁਸੀਂ ਸਾਡੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਕਿ ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ, ਪਰ ਮੈਂ ਤੁਹਾਡੇ ਵਾਸਤੇ ਇੱਕ ਮਦਦਗਾਰ ਭੇਜੂੰਗਾ। ਅੱਜ ਉਹ ਮਦਦਗਾਰ ਸਾਡੇ ਨਾਲ ਆ। ਸੋ ਪਿਤਾ ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਧੰਨਵਾਦ ਦੀ ਭੇਟ ਚੜਾਉਂਦੇ ਕਿ ਉਸ ਮਦਦਗਾਰ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ, ਔਰ ਧੰਨਵਾਦ ਕਰਦੇ ਹਾਂ ਸਵਰਗ ਦੂਤਾਂ ਵਾਸਤੇ ਜੋ ਸਾਡੇ ਚਾਰ ਚੁਫੇਰੇ ਰਹਿੰਦੇ ਆ, ਔਰ ਜਦੋਂ ਅਸੀਂ ਤੁਹਾਡੇ ਵਚਨ ਬੋਲਦੇ ਹਾਂ ਤੇ ਉਹ ਵਚਨ ਸੁਣ ਕੇ ਉਹਨਾਂ ਨੂੰ ਪੂਰਾ ਕਰਦੇ ਆ। ਧੰਨਵਾਦ ਕਰਦੇ ਹੋ ਸਾਡੀ ਬੁਰੇ ਰਾਹਾਂ ਦੇ ਵਿੱਚ ਰਕਸ਼ਾ ਕਰਦੇ ਆ। ਜਦੋਂ ਬੈਰੀ ਸਾਨੂੰ ਡਿੱਗਣਾ ਚਾਹੁੰਦਾ ਆ, ਉਸ ਵੇਲੇ ਉਹ ਥੰਮ ਲੈਂਦੇ, ਸਾਡੇ ਦੁਆਲੇ ਪਹਿਰਾ ਰੱਖ ਕੇ ਰੱਖਦੇ। ਸੋ ਅਸੀਂ ਇਹਨਾਂ ਕਿਰਪਾ ਵਾਸਤੇ ਤੁਹਾਡਾ ਬਹੁਤ ਧੰਨਵਾਦ ਤੇ ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ ਹਾਂ, ਔਰ ਪ੍ਰਾਰਥਨਾ ਕਰਦੇ ਪ੍ਰਭੂ ਜੀ ਜੋ ਵੀ ਅੱਜ ਬਚਨ ਤੁਸੀਂ ਆਪਣੇ ਲੋਕਾਂ ਲਈ ਦਿੱਤਾ ਆ, ਤਿਆਰ ਕੀਤਾ ਆ, ਅਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਉੱਦਾਂ ਖਾ ਸਕੀਏ, ਉੱਦਾਂ ਲੈ ਸਕੀਏ ਜਿੱਦਾਂ ਅਸੀਂ ਆਪਣੇ ਜੀਵਨ ਦੇ ਵਿੱਚ ਭੋਜਨ ਲੈਂਦੇ ਹਾਂ, ਖਾਣਾ ਖਾਂਦੇ ਹਾਂ, ਤਾਂ ਕਿ ਸਾਡੇ ਸਰੀਰ ਨੂੰ ਜ਼ੋਰ ਮਿਲ ਸਕੇ। ਪਰ ਅੱਜ ਅਸੀਂ ਆਪਣੀ ਆਤਮਾ ਦੇ ਵਿੱਚ ਤਕੜੇ ਹੋਣ ਵਾਸਤੇ ਜਿਹੜੇ ਤੁਹਾਡੇ ਵਚਨਾਂ ਦਾ ਖਾਣਾ ਆ, ਕਿਉਂਕਿ ਇਹ ਰੋਟੀ ਆ ਸਾਡੀ ਆਤਮਾ ਦੀ ਖੁਰਾਕ ਆ, ਉਹਨੂੰ ਵੀ ਅਸੀਂ ਆਪਣੇ ਆਤਮਾ ਦੇ ਵਿੱਚ ਲੈ ਸਕੀਏ, ਆਪਣੇ ਜੀਵਨ ਦੇ ਵਿੱਚ ਲੈ ਸਕੀਏ, ਤਾਂ ਕਿ ਸਾਡੀ ਆਤਮਾ ਤੁਹਾਡੇ ਵਿੱਚ ਮਜ਼ਬੂਤ ਬਣ ਸਕੇ। ਸੋ ਪਿਤਾ ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਪਾਸਟਰ ਜੀ ਵਾਸਤੇ ਵੀ ਕਿ ਜੋ ਵੀ ਅੱਜ ਬੋਲਦੇ ਆ ਪ੍ਰਭੂ ਉਹ ਤੁਹਾਡੇ ਵੱਲੋਂ ਹੋਵੇ, ਤੇ ਸੱਚਮੁੱਚ ਅਸੀਂ ਸਾਡੇ ਸੁਣਨ ਦੇ ਕੰਨ ਦੇਣੇ
ਕਿ ਅਸੀਂ ਤੁਹਾਡੀ ਅਨੋਇੰਟਿੰਗ ਦੇ ਥੱਲੇ ਆ ਕੇ ਸਭ ਕੁਝ ਕਰ ਸਕੀਏ। ਅਸੀਂ ਇਹਦੇ ਵਿੱਚੋਂ ਇਹ ਵੀ ਮੰਗਦੇ ਹਾਂ ਕਿ ਇਹਦੇ ਨਾਲ ਤੁਹਾਡੇ ਲੋਕਾਂ ਦੀ ਮਦਦ ਹੋਵੇ ਇਸ ਬਚਨ ਦੇ ਨਾਲ। ਜਿੱਥੇ ਵੀ ਜਿੱਦਾਂ ਵੀ ਤੁਸੀਂ ਚਾਹੁੰਦੇ ਆ, ਜਿੱਦਾਂ ਦੇ ਹਾਲਾਤਾਂ ਵਿੱਚ ਉਹ ਹੈਗੇ ਆ, ਤੁਹਾਡਾ ਵਚਨ ਹਰ ਹਾਲਾਤ ਵਿੱਚ ਕੰਮ ਕਰਦਾ ਹੈ ਤੇ ਤੁਸੀਂ ਉਹਨਾਂ ਨੂੰ ਬਲੈਸ ਕਰਨਾ। ਤੇ ਪਿਤਾ ਪ੍ਰਭੂ ਜੀ, ਤੁਹਾਡਾ ਨਾਂ ਉੱਚਾ ਹੋਵੇ, ਕੋਈ ਵੀ ਇਨਸਾਨ ਉੱਚਾ ਨਾ ਹੋਵੇ, ਕਿਸੇ ਇਨਸਾਨ ਵੱਲ ਅਸੀਂ ਨਾ ਦੇਖੀਏ, ਪਰ ਸਿਰਫ ਤੇ ਸਿਰਫ ਯਿਸੂ ਮਸੀਹ ਸਾਡੇ ਜੀਵਨਾਂ ਦੇ ਵਿੱਚ ਉੱਚਾ ਹੋ ਸਕੇ। ਅਸੀਂ ਇਹ ਸਾਰਾ ਕੁਝ ਆਪਣੇ ਪਿਤਾ ਪਰਮੇਸ਼ਰ ਦੇ ਕੋਲੋਂ, ਜਿਹੜਾ ਦੁਨੀਆ ਨੂੰ ਬਣਾਉਣ ਵਾਲਾ, ਸਾਨੂੰ ਬਣਾਉਣ ਵਾਲਾ, ਉਹਨਾਂ ਦੇ ਕੋਲੋਂ ਮੰਗਦੇ ਹਾਂ। ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੀਨ। Amen. Amen. Hallelujah. you. Praise Praise God. you. Thank you, Father. Thank you. Praise you, Thank you. Holy Thank you. Spirit. I Thank you. praise Thank you, you. Lord Jesus. ਹਾਂਜੀ, over to you. Amen. Amen. Thank you. ਆਪਾਂ ਹੁਣ ਚੰਗੀ ਦੇਰ ਤੋਂ ਦੇਖਦੇ ਰਹੇ ਹਾਂ, ਜਿਹੜੀ ਸਾਡੀ ਟੀਚਿੰਗ ਦਾ ਰੀਜ਼ਨ ਆ ਉਹ ਇਹ ਆ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਜਿਹੜੇ ਸਾਡੇ ਤੋਂ ਸਿੱਖ ਰਹੇ ਆ, ਅਸੀਂ ਵੀ ਨਾਲੇ ਇਕੱਠੇ ਰਲ ਕੇ ਸਿੱਖ ਰਹੇ ਹਾਂ ਵੀ ਅਸੀਂ ਇੱਕ ਫਤਿਹਮੰਦ ਜੀਵਨ ਰਹਿਣਾ ਸਿੱਖੀਏ। Amen. ਯਿਸੂ ਮਸੀਹ ਚਾਹੁੰਦਾ ਆ, ਬਾਈਬਲ ਸਾਨੂੰ ਸਿਖਾਉਂਦੀ ਆ, ਅਸੀਂ ਫਤਿਹਮੰਦ ਜੀਵਨ ਰਹਿ ਸਕਦੇ ਹਾਂ। ਕਰਕੇ ਯਿਸੂ ਮਸੀਹ ਨੇ ਜਿੰਨੇ ਵੀ ਸਾਡੇ ਬੈਰੀ ਸੀ ਸਾਰੇ ਹਰਾ ਦਿੱਤੇ ਤੇ ਸਾਡੇ ਪੈਰਾਂ ਥੱਲੇ ਸੜ ਦਿੱਤੇ ਆ। ਇਸ ਕਰਕੇ ਸਾਨੂੰ ਫਤਿਹਮੰਦ ਜੀਵਨ ਰਹਿਣ ਦੀ ਜ਼ਰੂਰਤ ਆ। ਸੋ ਇਸ ਵੇਲੇ ਹੋ ਸਕਦਾ ਤੁਸੀਂ ਕਿਸੇ ਕਮੀ ਦੇ ਵਿੱਚ ਹੋਵੋ, ਜਾਂ ਸਿਹਤ ਦੀ ਕਮੀ ਹੋਵੇ, ਜਾਂ ਪੈਸਿਆਂ ਦੀ ਕਮੀ ਹੋਵੇ, ਜਾਂ ਰਸਤੇ ਦੀ ਕਿਸੇ ਦੀ ਕਮੀ ਹੋਵੇ, ਕਿਸੇ ਤਰ੍ਹਾਂ ਕਮੀ ਵਿੱਚ ਰਹਿੰਦੇ ਆ, ਪਰ ਰਹਿਣ ਦੀ ਜ਼ਰੂਰਤ ਨਹੀਂ ਹੈਗੀ। ਪਰ ਬਾਈਬਲ ਆਪਾਂ ਨੂੰ ਦੱਸਦੀ ਆ, ਬਾਈਬਲ ਨੇ ਵਿੱਚ ਸਾਡੇ ਕੋਲ ਵਾਅਦੇ ਹੈਗੇ ਆ ਜਿਹੜੇ ਸਾਨੂੰ ਦੱਸਦੇ ਆ ਵੀ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਇਸ ਕਰਕੇ ਆਪਾਂ ਹੁਣ ਇੱਕ ਨਵੇਂ ਤਰ੍ਹਾਂ ਦੇਖਣ ਲੱਗੇ ਆ, ਤੇ ਆਪਾਂ 2-3 ਹਫ਼ਤੇ ਇਹਨਾਂ ਦੇ ਵਿੱਚ ਦੇਖਾਂਗੇ ਵੀ ਅਸੀਂ ਕਿੱਦਾਂ ਲੜਾਈ ਕਰ ਸਕਦੇ ਹਾਂ ਤੇ ਕਿੱਦਾਂ ਜਿੱਤ ਸਕਦੇ ਹਾਂ। ਓਕੇ, ਆਪਣੀ ਲੜਾਈ ਆਪਾਂ ਜਦੋਂ ਦੇਖਣਾ, ਆਪਾਂ ਇਹਦੇ ਵਿੱਚੋਂ ਦੇਖਣਾ ਸਾਡੀ ਲੜਾਈ ਆਦਮੀਆਂ ਦੇ ਨਾਲ ਨਹੀਂ ਹੈਗੀ, ਖੂਨ ਤਾਂ ਮਾਸ ਨਾਲ ਨਹੀਂ ਹੈਗੀ, ਬਾਈਬਲ ਦੱਸਦੀ ਆ, ਪਰ ਉਹ ਆਤਮਿਕ ਲੜਾਈ ਆ। ਸੋ ਉਹ ਆਪਾਂ ਦੇਖਣਾ, ਉਹਦੇ ਬਾਰੇ ਬਾਈਬਲ ਕੀ ਕਹਿ ਰਹੀ ਆ। ਓਕੇ, ਸੋ ਆਪਾਂ ਹੁਣ ਪਹਿਲਾ ਠਿਮਥੀ ਉਹਦਾ 6ਵਾਂ ਚੈਪਟਰ ਤੇ ਉਹਦੀ 12ਵੀਂ ਆਇਤ ਸਿੰਦਰ ਆਪਾਂ ਨੂੰ ਪੜ੍ਹ ਕੇ ਸੁਣਾਊਗੀ। ਫਿਰ ਆਪਾਂ ਥੋੜ੍ਹਾ ਜਿਹਾ ਇਹਨਾਂ ਉੱਤੇ ਖਿਆਲ ਕਰਾਂਗੇ ਤੇ ਆਪਾਂ ਇਹਨਾਂ ਨਾਲ ਚੱਲਾਂਗੇ। ਹਾਂਜੀ, ਇਹ ਇੰਗਲਿਸ਼ ਦੇ ਵਿੱਚ ਟਿਮਥੀ ਹੈ, ਜਿਹਦਾ ਪਾਸਟਰ ਜੀ ਨੇ ਕਿਹਾ, ਉਹਦਾ 6th ਚੈਪਟਰ ਤੇ 12th ਆਇਤ। ਪਰ ਪੰਜਾਬੀ ਦੇ ਵਿੱਚ ਇਹ ਨਿਊ ਟੈਸਟਮੈਂਟ ਵਿੱਚ 1 ਤਿਮੋਥੀਅਸ ਉਹਦਾ 6ਵਾਂ ਚੈਪਟਰ ਤੇ 12ਵੀਂ ਆਇਤ ਆਪਾਂ ਪੜ੍ਹਨ ਲੱਗੇ। ਨੇਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ, ਜਿਹਦੇ ਲਈ ਤੂੰ ਸੱਦਿਆ ਗਿਆ ਅਤੇ ਤੈਂ ਬਹੁਤੀਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ। ਆਮੀਨ। ਸੋ ਇੱਥੇ ਪੌਲ ਟਿਮਥੀ ਨੂੰ ਦੱਸਦਾ ਆ, ਟਿਮਥੀ ਆਪ ਅਪੋਸਲ ਸੀਗਾ। ਓਕੇ, ਪੌਲ ਉਹਨੂੰ ਭੇਜਦਾ ਹੁੰਦਾ ਸੀ ਚਰਚਾਂ ਦੇ ਵਿੱਚ ਜਾ ਕੇ, ਉਹ ਜਿਹੜੀਆਂ ਚਰਚਾਂ ਆਲਰੇਡੀ ਚੱਲਦੀਆਂ ਸੀਗੀਆਂ ਉਹਨਾਂ ਦੇ ਵਿੱਚ ਲੀਡਰ ਬਣਾਉਂਦਾ ਸੀਗਾ ਤੇ ਉਹਨਾਂ ਨੂੰ ਦੱਸਦਾ ਸੀ ਵੀ ਕਿੱਦਾਂ ਚੱਲਣਾ ਆ। ਪਰ ਇੱਥੇ ਪੌਲ ਉਹਨੂੰ ਇੱਕ ਸਿੱਖਿਆ ਦਿੰਦਾ ਆ ਚਿੱਠੀ ਥਾਣੀ, ਤੇ ਉਹ ਆਪਾਂ ਦੇਖਣ ਲੱਗੇ ਆ। ਉਹ ਕਹਿੰਦਾ ਫਾਈਟ ਗੁੱਡ ਫਾਈਟ ਆਫ ਫੇਥ। ਓਕੇ, ਕੀ ਕਹਿੰਦਾ? ਇੱਕ ਲੜਾਈ ਲੜ, ਪਰ ਨੇਚਾ ਦੀ ਲੜਾਈ। ਅਸੀਂ ਇਸ ਦੁਨੀਆ ਦੇ ਵਿੱਚ ਬਹੁਤ ਲੜਾਈਆਂ ਲੜ ਰਹੇ ਹਾਂ। ਕਈ ਵਾਰੀ ਅਸੀਂ ਘਰ ਦੇ ਵਿੱਚ ਹੀ ਲੜਦੇ ਹਾਂ, ਹਸਬੈਂਡ ਵਾਈਫ ਦੀਆਂ ਲੜਾਈਆਂ ਲੱਗੀਆਂ ਆ, ਨਿਆਣਿਆਂ ਦੀਆਂ ਤਾਂ ਪੇਰੈਂਟਸ ਦੀਆਂ ਲੜਾਈਆਂ ਲੱਗੀਆਂ ਆ, ਰਿਸ਼ਤੇਦਾਰਾਂ ਦੀਆਂ ਲੜਾਈਆਂ ਲੱਗੀਆਂ ਆ, ਪਰ ਉਹ ਆਪਾਂ ਨੂੰ ਦੱਸਦਾ ਨਹੀਂ ਹੈਗਾ ਇਹ ਲੜਾਈਆਂ ਵਾਸਤੇ। ਇੱਕੋ ਹੀ ਲੜਾਈ ਵਾਸਤੇ ਸਾਨੂੰ ਦੱਸਦਾ ਆ। ਇਹਦੇ ਬਾਰੇ ਆਪਾਂ ਅੱਜ ਦੇਖਣਾ, ਪਰ ਉਹ ਦੇਖਣ ਤੋਂ ਪਹਿਲਾਂ ਆਪਾਂ 2 ਚੀਜ਼ਾਂ ਹੋਰ ਪਹਿਲਾਂ ਦੇਖਣੀਆਂ। ਸੋ ਉਹ ਕਿਹੜੀ ਲੜਾਈ ਆ? ਨੇਚਾ ਦੀ ਲੜਾਈ। ਬਾਈਬਲ ਇੱਕੋ ਹੀ ਲੜਾਈ ਲੜਨ ਨੂੰ ਆਪਾਂ ਨੂੰ ਦੱਸਦੇ ਆ, ਉਹ ਨੇਚਾ ਦੀ ਲੜਾਈ ਆ। ਜੇ ਇਸ ਵੇਲੇ ਤੁਸੀਂ ਹੋਰ ਕਿਸੇ ਲੜਾਈ ਦੇ ਵਿੱਚ ਆ, ਫਿਰ ਤੁਹਾਨੂੰ ਸੁਣਨਾ ਚਾਹੀਦਾ ਤੇ ਸਾਨੂੰ ਬਦਲਣਾ ਪੈਣਾ, ਉਸ ਲੜਾਈ ਚੋਂ ਨਿਕਲਣਾ ਪੈਣਾ, ਸਹੀ ਲੜਾਈ ਦੇ ਵਿੱਚ ਆਉਣਾ ਪੈਣਾ। ਫਿਰ ਹੋਰ ਇੱਥੇ ਪਹਿਲੀ ਚੀਜ਼ ਇਹ ਦੱਸਦਾ ਵੀ ਫਾਈਟ ਦ ਗੁੱਡ ਫਾਈਟ ਆਫ ਫੇਥ, ਜਿਹੜੀ ਸਹੀ ਨੇਚਾ ਦੀ ਲੜਾਈ ਆ ਉਹ ਲੜੋ। ਓਕੇ, ਫਿਰ ਦੂਸਰੀ ਚੀਜ਼ ਦੱਸਦਾ ਲੇ ਹੋਲਡ ਆਫ ਇਟਰਨਲ ਲਾਈਫ,
ਪਰ ਜੇ ਉਹ ਆਪ ਪ੍ਰੀਚਰ ਹੈ ਜੋ ਇੱਥੇ ਟਿਮਥੀ ਨੂੰ ਦੱਸ ਰਿਹਾ ਆ, ਫਿਰ ਉਹਨੇ ਪਹਿਲਾਂ ਹੀ ਜੀਵਨ ਪਾਇਆ ਆ, ਓਕੇ। ਪਰ ਉਹਨੂੰ ਫਿਰ ਉਹ ਦੱਸਦਾ ਆ ਜਿਹੜਾ ਅਸੀਂ ਜੀਵਨ ਪਾਇਆ ਆ ਉਹਨੂੰ ਫੜ ਕੇ ਰੱਖਣਾ ਪੈਣਾ, lay hold of eternal life। ਕਈ ਵਾਰੀ ਅਸੀਂ ਇੱਕ ਵਾਰੀ ਪ੍ਰੇ ਕੀਤੀ ਸੀ, 10 ਸਾਲ ਹੋ ਗਏ, ਅਸੀਂ ਕਹਿੰਦੇ ਖਰੇ ਸਭ ਕੁਝ ਠੀਕ ਹੀ ਆ। ਨੋ, ਸਾਨੂੰ ਉਹ ਫੜ ਕੇ ਰੱਖਣੀ ਪੈਣੀ ਆ, ਕਰਕੇ ਸਾਡਾ ਇੱਕ ਬੈਰੀ ਆ ਜਿਹੜਾ ਸਾਡੇ ਤੋਂ ਖੋਣਾ ਚਾਹੁੰਦਾ ਆ, ਸਾਨੂੰ ਮੁੜ ਕੇ ਫੇਰ ਉਸ ਰਾਸਤੇ ਵਿੱਚ ਲਿਆਉਣਾ ਚਾਹੁੰਦਾ ਜਿਹਦੇ ਵਿੱਚ ਨਾਸ਼ ਆ, ਜਿਹਦੇ ਵਿੱਚ ਨਰਕਾਂ ਨੂੰ ਜਾ ਰਿਹਾ ਆ। ਸੋ ਉਹਨੂੰ ਕਹਿੰਦਾ lay hold of eternal life, ਓਕੇ। ਉਹ ਜੀਵਨ ਨੂੰ ਫੜ ਲੈਣਾ, ਛੱਡਣਾ ਨਹੀਂ। ਤੇ ਇੱਥੇ ਤੀਸਰੀ ਚੀਜ਼ ਉਹ ਦੱਸਦਾ ਜਿਹੜੀ ਇਸ ਇੱਕੋ ਆਇਤ ਦੇ ਵਿੱਚ ਦੱਸਦਾ, ਉਹ ਕਹਿੰਦਾ confess the good confession of in the presence of many witnesses। ਕਹਿੰਦੇ ਇੱਕ ਚੰਗੀ ਅਗਵਾਈ ਦੇ ਬਹੁਤ ਲੋਕਾਂ ਦੇ ਸਾਹਮਣੇ, ਇੱਕ ਚੰਗੀ ਅਗਵਾਈ ਦੇ ਬਹੁਤ ਲੋਕਾਂ ਦੇ ਸਾਹਮਣੇ। ਇੱਥੇ ਆਪਾਂ ਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ, ਥੋੜ੍ਹਾ ਜਿਹਾ ਖਿਆਲ ਰੱਖਣਾ ਪੈਣਾ, ਅਸੀਂ ਕਿੱਦਾਂ ਦੀ ਅਗਵਾਈ ਦਿੰਦੇ ਹਾਂ। ਜਦੋਂ ਅਸੀਂ ਪਹਿਲਾਂ ਦੇਖਦੇ ਹਾਂ ਕਹਿਣਾ ਅਸੀਂ ਚੰਗੀ ਅਗਵਾਈ ਦਿੰਦੇ ਹਾਂ, ਓਕੇ। ਪਰ ਇੱਕ ਜਿਹੜੀ ਅਗਵਾਈ ਹੁੰਦੀ ਆ ਉਹ ਕਦੀ ਬੋਲ ਕੇ ਨਹੀਂ ਹੈਗੀ, ਆਪਣੇ ਐਕਸ਼ਨਸ ਦੇ ਨਾਲ ਵੀ ਆ, ਜੋ ਅਸੀਂ ਕੰਮ ਕਰਦੇ ਹਾਂ ਉਹਦੇ ਨਾਲ ਵੀ ਆ, ਬੋਲ ਕੇ ਵੀ ਹੈਗੀ ਆ, ਪਰ ਜੋ ਵੀ ਅਸੀਂ ਕਰਦੇ ਸਭ ਕਾਹੇ ਨਾਲ ਸਾਡੀ ਅਗਵਾਈ ਆ, ਓਕੇ। ਉਹਨੂੰ ਕੀ ਕਹਿੰਦਾ, give confess the good confession in the presence of many witnesses, ਓਕੇ। ਸਾਨੂੰ ਚੰਗੀ ਅਗਵਾਈ ਦੇਣ ਦੀ ਜ਼ਰੂਰਤ ਆ। ਕਈ ਵਾਰੀ ਜ਼ਰੂਰ ਅਸੀਂ ਚੰਗੀ ਅਗਵਾਈ ਦੇਣਾ, ਹਾਂਜੀ 1974 ਦੇ ਵਿੱਚ ਮੈਂ ਜੀਸਸ ਨੂੰ ਆਪਣਾ ਮੁਕਤੀਦਾਤਾ ਬਣਾਇਆ ਸੀ, ਮੇਰੇ ਕੋਲ ਇਹ ਮੇਰੀ ਅਗਵਾਈ ਆ, ਓਕੇ। ਪਰ ਇੱਥੇ ਉਹ ਅਗਵਾਈ ਦੇ ਬਾਰੇ ਨਹੀਂ ਗੱਲ ਕਰ ਰਿਹਾ, ਜਿਹੜੇ ਅਸੀਂ ਰੋਜ਼ ਦਾ ਜੀਵਨ ਰਹਿੰਦੇ ਹਾਂ, ਰੋਜ਼ ਅਸੀਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਉਹ ਸਾਡੀ ਅਗਵਾਈ ਆ। ਉਹ ਕੀ ਅਗਵਾਈ ਆ? ਪਾਸਟਰ ਹੋ ਕੇ ਮੈਂ ਬਹੁਤ ਲੋਕਾਂ ਦੀਆਂ ਕਹਾਣੀਆਂ ਸੁਣਦਾ ਹਾਂ, ਤੇ ਮੈਂ ਕਿਸੇ ਨੂੰ ਡਾਊਨ ਨਹੀਂ ਕਰਨਾ ਚਾਹੁੰਦਾ, ਪਰ ਬਾਰੀ ਵਾਰੀ ਅਗਵਾਈ ਇਹ ਹੁੰਦੀ ਆ ਉਹ ਚੰਗੀ ਨਹੀਂ ਹੁੰਦੀ ਹੈਗੀ। ਉਹਦਾ ਕੀ ਮਤਲਬ? ਉਹ ਨਹੀਂ ਕਹਿਣਾ ਜੀ ਮੇਰਾ ਹਸਬੈਂਡ ਨਹੀਂ ਚੰਗਾ ਹੈਗਾ, ਉਹ ਜੀ ਸ਼ਰਾਬ ਪੀਂਦਾ, ਉਹ ਜੀ ਡਰੱਗਸ ਕਰਦਾ ਜੀ, ਉਹ ਜੀ ਆਹ ਕਰਦਾ, ਤੇ ਉਹ ਜਿਹੜੀ ਅਗਵਾਈ ਆ ਉਹ ਰੋਜ਼ ਉਹਨੀ ਸੇਮ ਅਗਵਾਈ ਦੇਈ ਜਾਣੀ ਆ। ਕੱਲੀ ਮੇਰੇ ਕੋਲ ਨਹੀਂ, ਹੋਰ ਵੀ ਜਿਨ੍ਹਾਂ ਨੂੰ ਮਿਲਦੇ ਵਰਤਦੇ ਆ, ਉਹ ਅਗਵਾਈ ਉਹਨਾਂ ਦੀ ਉਹੀ ਚੱਲਦੀ ਰਹਿੰਦੀ ਆ, ਪਰ ਇਹ ਚੰਗੀ ਅਗਵਾਈ ਨਹੀਂ ਹੈਗੀ। ਇੱਥੇ ਸਾਨੂੰ ਕੀ ਕਹਿੰਦਾ? ਕਹਿੰਦਾ ਚੰਗੀ ਅਗਵਾਈ ਦੇ ਬਿਫੋਰ ਮੈਨੀ ਵਿਟਨੈਸਿਸ, ਬਹੁਤ ਅਗਵਾਈ, ਜਿੱਥੇ ਵੀ ਅਸੀਂ ਜਾਂਦੇ ਸਾਨੂੰ ਚੰਗੀ ਅਗਵਾਈ ਚਾਹੀਦੀ ਹੈ, ਓਕੇ। ਸੋ ਅਸੀਂ ਕਹਿ ਸਕਦੇ ਹਾਂ ਹਸਬੈਂਡ ਵਾਈਫ, ਨਿਆਣੇ, ਉਹ ਜੀ ਸਾਡੇ ਨਿਆਣੇ ਨਹੀਂ ਚੰਗੇ ਹੈਗੇ, ਉਹ ਜੀ ਲੜਦੇ ਰਹਿੰਦੇ, ਉਹ ਜੀ ਆਹ ਹੁੰਦਾ ਜੀ ਆਹ ਹੁੰਦਾ, ਚੰਗੀ ਅਗਵਾਈ ਨਹੀਂ ਹੈਗੀ। ਚੰਗੀ ਅਗਵਾਈ ਕੀ ਹੋਣੀ ਆ? ਮੈਂ ਬਚ ਗਿਆ ਆ ਤੇ ਮੇਰੀ ਸਾਰੀ ਫੈਮਿਲੀ ਨੇ ਬਚ ਜਾਣਾ। ਬਾਈਬਲ ਦੇ ਵਿੱਚ ਲਿਖਿਆ believe on the Lord Jesus Christ, you and your family will be saved। ਯਿਸੂ ਮਸੀਹ ਉਤੇ ਇਮਾਨ ਰੱਖੋ, ਤੁਸੀਂ ਤੇ ਤੁਹਾਡਾ ਘਰਵਾਣਾ ਬਚਾਏ ਜਾਓਗੇ। ਵਿੱਚੇ ਨਿਆਣਿਆਂ ਦੇ ਵਿੱਚੇ, ਹਸਬੈਂਡਾਂ ਦੇ ਵਿੱਚੇ, ਵਾਈਫਾਂ ਦੀ, ਸਾਰੇ ਵਿੱਚੇ ਹੁੰਦੇ ਆ। ਇਹ ਚੰਗੀ ਅਗਵਾਈ ਆ। ਮਾੜੀ ਅਗਵਾਈ ਕੀ ਆ? ਉਹ ਤਾਂ ਨਿਕੰਮਾ ਆ ਜੀ, ਉਹਨੇ ਕਦੇ ਵੀ ਬਚਣਾ ਹੈਗਾ। ਉਹ ਤਾਂ ਜੀ ਉਹਨੇ ਸ਼ਰਾਬ ਫੜੀ, ਉਹ ਸ਼ਰਾਬ ਕਦੇ ਨਹੀਂ ਛੱਡਣੀ ਹੈਗੀ। ਉਹ ਤਾਂ ਜੀ ਡਰੱਗਸ ਖਾਂਦੇ, ਉਹਨੇ ਕਦੇ ਨਹੀਂ ਛੱਡਣੇ ਹੈਗੇ। ਉਹਨੂੰ ਜੀ ਬਹੁਤ ਬੜੀਆਂ ਬੁਰੀਆਂ ਆਦਤਾਂ ਆ ਜੀ, ਉਹ ਜੀ ਆਹ ਆ ਜੀ ਆਹ ਆ। ਇਹ ਸਾਰੀਆਂ ਚੰਗੀ ਅਗਵਾਈ ਨਹੀਂ ਹੈਗੀ। ਸੋ ਅੱਜ ਤੋਂ ਲਾ ਕੇ ਜੇ ਪੌਲ ਦੇ ਆਖੇ ਲੱਗਣਾ, ਜੇ ਬਾਈਬਲ ਦੇ ਆਖੇ ਲੱਗਣਾ, ਸਾਨੂੰ ਖਿਆਲ ਰੱਖਣਾ ਪੈਣਾ ਸਾਡੀ ਅਗਵਾਈ ਕੀ ਆ। ਅਸੀਂ ਕੀ ਬਿਫੋਰ ਮੈਨੀ ਵਿਟਨੈਸਿਸ, ਬਹੁਤ ਅਗਵਾਈਆਂ ਦੇ ਮੋਹਰੇ, ਬਹੁਤ ਲੋਕਾਂ ਦੇ ਮੋਹਰੇ ਅਸੀਂ ਕੀ ਅਗਵਾਈ ਦਿੰਦੇ ਹਾਂ, ਓਕੇ। ਸੋ ਇਹ 3 ਚੀਜ਼ਾਂ ਇੱਥੇ ਪੌਲ ਦੱਸਦਾ ਆ, ਪਰ ਆਪਾਂ ਇੱਕੋ ਇਹਦੇ ਬਾਰੇ ਅੱਜ ਖਿਆਲ ਕਰਨਾ ਆ, ਉਹ ਇਹ ਆ ਫਾਈਟ ਦ ਗੁੱਡ ਫਾਈਟ ਆਫ ਫੇਥ, ਨੇਚਰ ਦੀ ਲੜਾਈ ਲੜਨ ਦੇ ਬਾਰੇ। ਜਿੱਦਾਂ ਮੈਂ ਕਿਹਾ ਸੀ, ਸਾਨੂੰ ਹੋਰ ਕੋਈ ਲੜਾਈ ਲੜਨ ਨੂੰ ਕਹਿੰਦਾ ਨਹੀਂ ਹੈਗਾ,
ਬਹੁਤ ਲੋਕੀ ਹੋਰ ਲੜਾਈਆਂ ਲੜ ਰਹੇ ਆ, ਓਕੇ। ਕਈ ਕ੍ਰਿਸਚੀਅਨ ਨੇ ਕਹਿਣਾ ਬਈ ਅਸੀਂ ਲੜਾਈ ਦੇ ਵਿੱਚ ਲੱਗੇ ਹੋਏ ਆ, ਓਕੇ, ਤੇ ਪਰ ਉਹ ਆਪਣੇ ਰਿਸ਼ਤੇਦਾਰਾਂ ਨਾਲ ਲੜਦੇ ਆ, ਉਹ ਕੋਈ ਕੇਸ ਲੜਦੇ ਆ, ਉਹ ਕੋਈ ਹੋਰ ਕਿਸੇ ਚੀਜ਼ ਦੇ ਵਿੱਚ ਲੜਦੇ ਆ, ਪਰ ਉਹਨੇ ਸਾਨੂੰ ਕਿਹਾ ਨਹੀਂ ਸੀ ਉਸ ਲੜਾਈ ਵਿੱਚ ਲੜਨ ਨੂੰ। ਬਾਈਬਲ ਸਾਨੂੰ ਦੱਸਦੀ ਹੈ ਜਿਹੜੀ ਸਾਡੀ ਸੱਚੀ ਲੜਾਈ ਆ ਉਹ ਖੂਨ ਤੇ ਮਾਸ ਨਾਲ ਨਹੀਂ ਹੈਗੀ। ਪਰ ਬਾਹਲੀ ਵਾਰੀ ਅਸੀਂ ਜਿਹੜੀ ਲੜਾਈ ਲੜਦੇ ਆ ਉਹ ਇੱਥੇ ਦੁਨੀਆ ਤੇ ਲੜਦੇ ਆ। ਅਸੀਂ ਖੂਨ ਤਾਂ ਮਾਸ ਨਾਲ ਲੜਨ ਲੱਗੇ ਆ। ਫਲਾਣੇ ਨੇ ਮੇਰਾ ਹੇਰੇ ਫੇਰੀ ਕਰ ਲਈ, ਫਲਾਣੇ ਨੇ ਮੇਰੇ ਨਾਲ ਆਹ ਕਰ ਲਿਆ, ਮੇਰੀ ਜੀ ਆਹ ਕਰ ਲਿਆ, ਅਸੀਂ ਉਹਨਾਂ ਨਾਲ ਲੜਦੇ ਆ। ਪਰ ਬਾਈਬਲ ਸਾਨੂੰ ਕਲੀਅਰਲੀ ਦੱਸਦੀ ਹੈ, ਐਫੀਸ਼ੀਅਨਸ ਦੀ ਕਿਤਾਬ ਉਹਦਾ 6ਵਾਂ ਚੈਪਟਰ ਉਹਦੀ 12ਵੀਂ ਆਇਤ ਸੁਰਿੰਦਰ ਪੜ੍ਹ ਕੇ ਹਟੀ ਹੈ। ਇੱਕ ਵਾਰੀ ਫੇਰ ਸਾਡੇ ਵਾਸਤੇ ਪੜ੍ਹੂਗੇ ਤੇ ਆਪਾਂ ਸੁਣਦੇ ਹਾਂ ਉਹ ਸਾਨੂੰ ਕੀ ਦੱਸਦਾ। ਐਫੀਸ਼ੀਅਨਸ ਦੀ ਕਿਤਾਬ ਉਹਦਾ 6ਵਾਂ ਚੈਪਟਰ ਤੇ ਉਹਦੀ 12ਵੀਂ ਆਇਤ ਦੇ ਵਿੱਚ ਬਈ ਸਾਡੀ ਜਿਹੜੀ ਲੜਾਈ ਆ ਖੂਨ ਤੇ ਮਾਸ ਨਾਲ ਨਹੀਂ ਹੈਗੀ। ਹਾਂਜੀ, ਐਫੀਸ਼ੀਅਨਸ ਚੈਪਟਰ 6 verse 12। ਅਫਸੀਆਂ 6 ਤੇ ਉਹਦੀ 12ਵੀਂ ਆਇਤ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ। ਆਮੀਨ। ਸੋ ਕੀ ਹੈ ਇਹ ਜਿਹੜੀਆਂ ਚੀਜ਼ਾਂ ਆ ਜਿਹੜੇ ਸਾਨੂੰ ਇਹ ਹਕੂਮਤਾਂ ਪਾਵਰ ਸਾਨੂੰ ਦੱਸਦੇ ਆ, ਇਹ ਸਾਨੂੰ ਦੱਸਦੇ ਨਹੀਂ ਹੈਗੇ। ਸੋ ਮੈਂ ਗਰੰਟੀ ਕਰ ਦਿੰਦਾ ਜਿੰਨੇ ਵੀ ਤੁਸੀਂ ਲੜਦੇ, ਜਿੰਨੇ ਵੀ ਮੈਂ ਲੜਦਾ, ਜੋ ਵੀ ਅਸੀਂ ਲੜਦੇ, ਅਸੀਂ ਜਿਹੜੇ ਸਾਨੂੰ ਦੱਸਦੇ ਉਹਨਾਂ ਨਾਲ ਲੜਦੇ ਆ। ਪਰ ਬਾਈਬਲ ਸਾਨੂੰ ਕਲੀਅਰਲੀ ਦੱਸਦੀ ਆ ਬਈ ਸਾਡੀ ਲੜਾਈ ਉਹਨਾਂ ਦੇ ਨਾਲ ਨਹੀਂ ਹੈਗੀ। ਖੂਨ ਤਾਂ ਮਾਸ ਨਾਲ ਨਹੀਂ ਹੈਗੀ। ਖੂਨ ਤਾਂ ਮਾਸ ਸਾਨੂੰ ਦੱਸਦਾ ਆ, ਉਹਨਾਂ ਲੜਾਈ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਲੜ ਲੱਗੇ ਜੋ ਸਾਨੂੰ ਦੱਸਦੇ ਆ। ਮੈਨੂੰ ਫਲਾਨਾ ਇਦਾਂ ਕਹਿ ਗਿਆ, ਮੈਨੂੰ ਉਹ ਦੂਆ ਇਦਾਂ ਕਰ ਗਿਆ। ਤੁਹਾਨੂੰ ਪਤਾ ਨਹੀਂ ਭਾਜੀ, ਮੈਨੂੰ ਉਹਨੇ, ਮੇਰੀ ਮਾਸੀ ਨੇ, ਮੇਰੀ ਚਾਚੀ ਨੇ, ਮੇਰੀ ਤਾਈ ਨੇ ਮੈਨੂੰ ਕੀ ਕਿਹਾ ਸੀਗਾ। ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਸੀ ਭਾਜੀ, ਉਹ ਮੈਨੂੰ, ਤੁਹਾਨੂੰ ਪਤਾ ਨਹੀਂ ਜੀ ਮੇਰੀ ਕਿੰਨਾ ਉਹਨਾਂ ਹੇਰਾ ਫੇਰੀ ਕਰ ਲਈ ਆ। ਸੋ ਕੀ ਹੋਇਆ, ਸਾਡੀ ਲੜਾਈ ਉਹਨਾਂ ਦੇ ਨਾਲ ਲੱਗੀ ਹੋਈ ਆ। ਪਰ ਇੱਥੇ ਬਾਈਬਲ ਸਾਨੂੰ ਸਿਖਾ ਰਹੀ ਆ ਜੇ ਅਸੀਂ ਸਹੀ ਲੜਾਈ ਦੇ ਵਿੱਚ ਆਉਣਾ ਆ, ਉਹ ਲੜਾਈ ਸਾਡੀ ਖੂਨ ਤਾਂ ਮਾਸ ਨਾਲ ਨਹੀਂ ਹੈਗੀ। ਉਹ ਬਾਈਬਲ ਦੱਸਦੀ ਆ ਉਹ ਸਵਰਗੀ ਜਗ੍ਹਾ ਦੇ ਵਿੱਚ, ਉਹ ਸਵਰਗੀ ਜਿਹੜਾ ਸੈਕੰਡ ਹੈਵਨ, ਉਹਦੇ ਵਿੱਚ ਸ਼ੈਤਾਨ ਨੇ ਡੇਰਾ ਲਾਇਆ ਬੱਦਲਾਂ ਦੇ ਵਿੱਚ, ਉੱਥੋਂ ਲੜਾਈ ਉਹ ਕਰ ਰਿਹਾ ਆ ਆਪਣੇ ਨਾਲ। ਉਸ ਲੜਾਈ ਦੇ ਵਿੱਚ ਆ, ਉਹ ਲੜਾਈ ਇਕੱਲੀ ਨੇਚਾ ਦੇ ਨਾਲ ਹੀ ਲੜੀ ਜਾਂਦੀ ਆ। ਉਹਨੇ ਕਦੇ ਵੀ ਆਪਾਂ ਨੂੰ, ਜਦੋਂ ਮੈਂ ਕਦੇ ਨਹੀਂ ਕਹਿੰਦਾ, ਕਈਆਂ ਦੇਖੇ ਆ, ਸੋ ਮੈਂ ਕਦੇ ਨਹੀਂ ਕਹਿ ਸਕਦਾ ਹੈਗਾ, ਪਰ ਬਾਹਲੀ ਵਾਰੀ ਅਸੀਂ ਉਹਨਾਂ ਨੂੰ ਕਦੇ ਦੇਖਣਾ ਨਹੀਂ ਹੈਗਾ। ਸਾਨੂੰ ਪਤਾ ਨਹੀਂ ਉਹ ਪਿੱਛੇ ਅਸੀਂ ਉਹਨਾਂ ਨਾਲ ਲੜਦੇ ਹਾਂ। ਹਰ ਵੇਲੇ ਉਹ ਆਦਮੀਆਂ ਨੂੰ ਯੂਜ਼ ਕਰਦੇ ਆ ਤੇ ਅਸੀਂ ਆਦਮੀਆਂ ਨਾਲ ਲੜਨ ਲੱਗ ਪੈਂਦੇ ਹਾਂ। ਪਰ ਜਦੋਂ ਸਾਨੂੰ ਪਤਾ ਲੱਗਣ ਲੱਗ ਪਿਆ ਸਾਡੀ ਲੜਾਈ ਕਿਹਦੇ ਨਾਲ ਆ, ਤੇ ਅਸੀਂ ਛੇਤੀ ਜਿੱਤਣ ਲੱਗ ਪੈਣਾ। ਸੋ ਕਈ ਵਾਰੀ ਅਸੀਂ ਸੋਚਦੇ ਹਾਂ ਪਰ ਅਸੀਂ ਰੋਂਗ ਹੁੰਦੇ ਹਾਂ। ਸੋ some Christians say I'm fighting the devil. Okay? ਕਈ ਵਾਰੀ ਅਸੀਂ ਇਦਾਂ ਵੀ ਕਹਿੰਦੇ ਹਾਂ ਅਸੀਂ ਸ਼ੈਤਾਨ ਨਾਲ ਲੜਾਈ ਲੜਦੇ ਹਾਂ। ਯੈਸ, ਇੱਕ ਕਿਸਮ ਉਹਦੇ ਨਾਲ ਲੜਾਈ ਆ, ਪਰ ਜਿਹੜੀ ਚੀਜ਼ ਦਾ ਸਾਨੂੰ ਚੇਤਾ ਭੁੱਲ ਜਾਂਦਾ ਉਹ ਇਹ ਆ, ਜੀਸਸ ਨੇ ਸ਼ੈਤਾਨ ਨਾਲ ਲੜਿਆ ਸੀ ਤੇ ਉਹਨੂੰ ਉੱਤੇ ਜੇਤ ਪਾ ਲਈ ਸੀ। ਸੋ ਇਹਦਾ ਮਤਲਬ ਸਾਨੂੰ ਉਹਨਾਂ ਵੀ ਨਹੀਂ ਲੜਨਾ ਪੈਣਾ ਹੈਗਾ। There is no need to fight the devil because Jesus defeated him. And you wouldn't be any match for him anyway. ਸੱਚੀ ਗੱਲ ਇਹ ਆ, ਜੇ ਸ਼ੈਤਾਨ ਆਪਣੇ ਨਾਲ ਲੜਨ ਆਵੇ ਤੇ ਅਸੀਂ ਉਹਨਾਂ ਲੜਾਈ ਕਰ ਨਹੀਂ ਸਕਦੇ, ਜਿੱਤ ਨਹੀਂ ਸਕਦੇ, ਕਰਕੇ ਉਹ ਸੁਪਰ ਨੈਚੁਰਲ ਆ। ਉਹ ਡਿੱਗਿਆ ਸਵਰਗਦੂਤ ਆ, ਉਹ ਕੋਲ ਬਹੁਤ ਪਾਵਰ ਆ। ਆਪਣੇ ਕੋਲ ਨੈਚੁਰਲੀ ਪਾਵਰ ਆ, ਉਹ ਕੋਲ ਸੁਪਰ ਨੈਚੁਰਲ ਪਾਵਰ ਆ। ਪਰ ਚੰਗੀ ਚੀਜ਼ ਇਹ ਆ, ਜੀਸਸ ਨੇ ਉਹਨੂੰ ਹਰਾਤਾ ਆ। ਫਿਰ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਪਹਿਲਾਂ ਅਸੀਂ ਦੇਖਦੇ ਹਾਂ ਜੀਸਸ ਨੇ ਸੱਚੀ ਹਰਾਤਾ,
ਕੋਲੋਸੀਅੰਸ ਦੀ ਕਿਤਾਬ ਉਹਦਾ ਦੂਸਰਾ ਚੈਪਟਰ ਤੇ ਉਹਦੀ 14 ਤੋਂ 15 ਆਇਤ ਆਪਾਂ ਪੜਾਂਗੇ। ਕੋਲੋਸੀਅੰਸ ਦੀ ਕਿਤਾਬ ਉਹਦਾ ਦੂਸਰਾ ਚੈਪਟਰ ਉਹਦੀ 14 ਤੇ 15 ਆਇਤ। ਹਾਂਜੀ, ਇਹ ਨਿਊ ਟੈਸਟਮੈਂਟ ਵਿੱਚ ਆ, ਕੋਲੋਸੀਅੰਸ ਉਹਦਾ ਸੈਕੰਡ ਚੈਪਟਰ ਤੇ 14 ਐਂਡ 15। ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੋਧ ਸੀ, ਉਸ ਨੇ ਮੇਸ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ ਸੁੱਟਿਆ। ਉਸਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਆਮੀਨ। ਸੋ ਇੱਥੇ ਸਾਨੂੰ ਪਹਿਲੀ ਚੀਜ਼ ਜਿਹੜੀ ਦੱਸਦਾ 13ਵੀਂ ਆਇਤ ਦੇ ਵਿੱਚ ਉਹ ਇਹ ਕਿ ਦੱਸਦਾ ਆ, ਉਹ ਕਹਿੰਦਾ ਜੀਸਸ ਨੇ ਜਿੰਨੇ ਵੀ ਸਾਡੇ ਪਾਪ ਸੀ, ਜਿੰਨੀਆਂ ਵੀ ਅਸੀਂ ਸਾਡੀਆਂ ਗਲਤੀਆਂ ਕੀਤੀਆਂ ਸੀਗੀਆਂ, ਜਿੱਥੋਂ ਵੀ ਅਸੀਂ ਗਲਤ ਸੀ, ਜੋ ਵੀ ਅਸੀਂ ਪਰਮੇਸ਼ਰ ਦੇ ਖਿਲਾਫ, ਹੋਰ ਦੇ ਖਿਲਾਫ, ਲੋਕਾਂ ਦੇ ਖਿਲਾਫ ਪਾਪ ਕੀਤੇ ਸੀ, ਉਹ ਸਾਰੇ ਸ਼ੈਤਾਨ ਨੇ ਲਿਖੇ ਹੋਏ ਸੀ, ਉਹ ਕਿਤਾਬ ਦੇ ਵਿੱਚ ਲਿਖੇ ਹੋਏ ਸੀ। ਪਰ ਯਿਸੂ ਮਸੀਹ ਨੇ ਉਹ ਲੈ ਕੇ ਤੇ ਕ੍ਰੋਸ ਦੇ ਨਾਲ ਟੰਗ ਦਿੱਤੇ, ਮੇਖ ਲਾ ਕੇ ਕ੍ਰੋਸ ਦੇ ਨਾਲ ਟੰਗ ਦਿੱਤੇ। ਉਹਦਾ ਕੀ ਮਤਲਬ? ਕ੍ਰੋਸ ਉੱਤੇ ਪੇ ਹੋ ਗਏ ਆ। ਮੈਂ ਕਾਹਦੇ ਤੁਹਾਨੂੰ ਦੱਸਦਾ ਆ, ਜਦੋਂ ਅਸੀਂ ਕਿਸੇ ਚੀਜ਼ ਦੇ ਵਿੱਚ ਨੇਚਾ ਵਿੱਚ ਖੜੇ ਹੋਣਾ ਆ ਤੇ ਸ਼ੈਤਾਨ ਨੇ ਸਾਡੇ ਸਾਹਮਣੇ ਕੋਈ ਤਸਵੀਰ ਲੈ ਕੇ ਆਉਣੀ ਆ, ਕੋਈ ਪਾਪ ਲੈ ਕੇ ਆਉਣਾ ਆ, ਕੋਈ ਸਾਡੀ ਗਲਤੀ ਲੈ ਕੇ ਆਉਣੀ ਆ। ਉਹਨੇ ਕਹਿਣਾ ਤੁਸੀਂ ਨਿਕੰਮੇ ਆ, ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇ, ਤੁਹਾਡੀ ਪ੍ਰਾਰਥਨਾ ਨਹੀਂ ਪ੍ਰਭੂ ਨੇ ਸੁਣਨੀ ਹੈਗੀ, ਤੁਸੀਂ ਸੱਚੀ ਪ੍ਰਭੂ ਦੇ ਆਦਮੀ ਨਹੀਂ ਹੈਗੇ, ਸੱਚੀ ਪ੍ਰਭੂ ਦੇ ਔਰਤ ਨਹੀਂ ਹੈਗੀ, ਕਰਕੇ ਤੁਸੀਂ ਆਹ ਤੁਹਾਡੇ ਜੀਵਨ ਦੇ ਵਿੱਚ ਆ ਪਾਪ ਆ। ਸੋ ਤਾਂ ਹੀ ਉਹ ਪਹਿਲਾਂ ਸਾਨੂੰ 13ਵੀਂ ਆਇਤ ਦੇ ਵਿੱਚ ਦੱਸਦਾ ਆ, ਜਦੋਂ ਅਸੀਂ ਉਹ ਕਨਫੈਸ ਕਰ ਦਿੱਤਾ, ਜਦੋਂ ਅਸੀਂ ਮੂੰਹੋਂ ਬੋਲ ਕੇ ਉਹਦਾ ਇਕਰਾਰ ਕਰਤਾ ਪਰਮੇਸ਼ਰ ਦੇ ਮੂਹਰੇ, ਪਰਮੇਸ਼ਰ ਨੇ ਉਹਨੂੰ ਕ੍ਰਾਸ ਉੱਤੇ ਲਾ ਦਿੱਤਾ ਮੇਖ ਦੇ ਨਾਲ। ਤੇ ਉਹਦਾ ਕੀ ਮਤਲਬ? ਪੇਡ, ਕੀਮਤ ਦੇਤੀ ਆ। ਕਿਹਨੇ ਕੀਮਤ ਦਿੱਤੀ ਹੈ? ਯਿਸੂ ਮਸੀਹ ਨੇ ਉਹਦੀ ਕੀਮਤ ਦੇਤੀ ਹੈ। ਇਹਦਾ ਮਤਲਬ ਸਾਨੂੰ ਨਹੀਂ ਦੇਣੀ ਪੈਣੀ ਹੈਗੀ। ਜੇ ਆਪਾਂ ਕੋਈ ਚੀਜ਼ ਦੀ ਸਾਨੂੰ ਕੀਮਤ ਦੇਣੀ ਪੈਣੀ ਆ, ਸਾਡੇ ਵਾਸਤੇ ਹੋਰ ਕੋਈ ਦੇ ਗਿਆ ਆ, ਇਹਦਾ ਕੀ ਮਤਲਬ? ਸਾਨੂੰ ਨਹੀਂ ਦੇਣੀ ਪੈਣੀ ਹੈਗੀ। ਸੋ ਉਹਨੇ ਸਾਡੇ ਵਾਸਤੇ ਦੇ ਦਿੱਤੀ, ਸਾਨੂੰ ਮੰਨਣਾ ਹੀ ਪੈਣਾ, ਸਾਨੂੰ ਕਬੂਲ ਹੀ ਕਰਨਾ ਪੈਣਾ, ਤੇ ਉਹ ਦੇ ਦਿੱਤੀ। ਫਿਰ ਉਹ ਜਿਹੜੀ 14ਵੀਂ ਆਇਤ ਦੇ ਵਿੱਚ ਸਾਨੂੰ ਆ ਦੱਸਦਾ ਆ, ਫਿਰ ਉਹਨੇ ਸ਼ੈਤਾਨ ਨੂੰ ਹਰਾ ਕੇ ਆਪਣੇ ਪੈਰਾਂ ਦੇ ਥੱਲੇ ਸੱਟ ਕੇ ਉਹਨਾਂ ਨੂੰ ਪੈਰਾਂ ਥੱਲੇ ਮਿੱਧਿਆ, ਫਿਰ ਉਹਨਾਂ ਦਾ ਤਮਾਸ਼ਾ ਬਣਾਇਆ। ਜਿੰਨੇ ਵੀ ਦੌਲਤ ਆਤਮਾ ਜਿਨ੍ਹਾਂ ਦੇ ਆਪਣਾ ਮੁਕਾਬਲਾ ਕਰਦੇ, ਜਿਹਦਾ ਆਪਾਂ ਹਕੂਮਤਾਂ ਦੀ ਗੱਲ ਕਰ ਰਹੇ ਹਾਂ ਇਸ ਵੇਲੇ, ਆਪਾਂ ਦੇਖੇ ਆ ਸਵਰਗੀ ਜਗ੍ਹਾ ਦੇ ਵਿੱਚ ਯਿਸੂ ਮਸੀਹ ਨੇ ਉਹਨਾਂ ਨੂੰ ਹਰਾ ਕੇ ਪੈਰਾਂ ਦੇ ਥੱਲੇ ਸੱਟ ਕੇ ਉਹਨਾਂ ਦਾ ਤਮਾਸ਼ਾ ਬਣਾਇਆ। ਫਿਰ ਬਾਈਬਲ ਆਪਾਂ ਨੂੰ ਦੱਸਦੀ ਆ, ਉਹਨਾਂ ਨੂੰ ਤਿੰਨਾਂ ਦੁਨੀਆ ਦੇ ਵਿੱਚ ਦਿਖਾ ਲਿਆ ਉਹਨੇ, ਮੈਂ ਜਿੱਤ ਲਿਆ। ਸਵਰਗਾਂ ਦੇ ਵਿੱਚ, ਧਰਤੀ ਉੱਤੇ ਤੇ ਧਰਤੀ ਦੇ ਥੱਲੇ ਨਰਕਾਂ ਦੇ ਵਿੱਚ। ਸਾਰਿਆਂ ਨੂੰ ਪਤਾ ਆ ਯਿਸੂ ਮਸੀਹ ਨੇ ਜਿੱਤ ਗਿਆ। ਉਹ ਜਿੱਤ ਕੇ ਜੇਤ ਆਪਾਂ ਨੂੰ ਦੇ ਗਿਆ। ਸੋ ਹੁਣ ਸਾਨੂੰ ਸ਼ੈਤਾਨ ਨਾਲ ਲੜਨ ਦੀ ਜ਼ਰੂਰਤ ਨਹੀਂ ਹੈਗੀ, ਸਾਨੂੰ ਨੇਚਾ ਦੇ ਵਿੱਚ ਖੜੇ ਹੋਣ ਦੀ ਜ਼ਰੂਰਤ ਆ। ਸੋ ਜਿਹੜੀ ਸਾਨੂੰ ਚੀਜ਼ ਸਿੱਖਣੀ ਪੈਣੀ ਆ, ਉਹ ਨੇਚਾ ਵਿੱਚ ਖੜੇ ਹੋਣ ਦੀ ਸਿੱਖਣੀ ਪੈਣੀ ਆ। ਪਰ ਕਈ ਕਹਿੰਦੇ ਆ, some will say I'm fighting sin, ਕਹਿੰਦੇ ਜੀ ਅਸੀਂ ਤਾਂ ਪਾਪ ਦੇ ਨਾਲ ਲੜ ਰਹੇ ਹਾਂ। But Bible says there is no need to fight sin because Jesus defeated sin. ਯਿਸੂ ਮਸੀਹ ਦੇ ਕੋਲ ਪਾਪ ਦਾ ਇਲਾਜ ਹੈਗਾ ਆ, ਉਹਨੇ ਉਹਨੂੰ ਹਰਾਤਾ ਹੈ। ਯਿਸੂ ਮਸੀਹ ਇਸ ਧਰਤੀ ਦੇ ਉੱਤੇ ਰਿਹਾ ਸੀ, 33 ਸਾਲ ਇਸ ਧਰਤੀ ਉੱਤੇ ਰਿਹਾ, ਪਰ ਬਿਨਾਂ ਪਾਪ ਤੋਂ। ਬਹੁਤ ਵਾਰੀ ਉਹ ਕਹਿੰਦਾ ਹੁੰਦਾ ਸੀ, ਤੁਹਾਡੇ ਵਿੱਚੋਂ ਕਿਹੜਾ ਮੇਰੇ ਵਿੱਚ ਪਾਉਂਦਾ ਪਾਪ, ਪਰ ਕੋਈ ਵੀ ਉਹਦੇ ਵਿੱਚ ਪਾਪ ਪਾ ਨਹੀਂ ਸਕਿਆ। ਜਿਹੜੇ ਬੈਰੀ ਵੀ ਸੀਗੇ, ਉਹਨਾਂ ਦੇ ਕਨਫੈਸ਼ਨ ਉਹ ਇਦਾਂ ਕਹਿੰਦੇ ਸੀ, ਅਸੀਂ ਉਹਨੂੰ ਕਿੱਦਾਂ ਫੜ ਸਕਦੇ, ਉਹਦੇ ਵਿੱਚ ਤਾਂ ਕੋਈ ਗਲਤੀ ਨਹੀਂ ਹੈਗੀ। ਬੈਰੀਆਂ ਦਾ ਕਨਫੈਸ਼ਨ ਹੈ। ਜਿਹਨੇ ਉਹਨੂੰ ਧੋਖਾ ਦਿੱਤਾ ਸੀਗਾ, ਜੂਡਸ ਨੇ, ਉਹ ਵੀ ਇਦਾਂ ਹੀ ਕਹਿੰਦਾ ਆ, ਕਹਿੰਦਾ ਮੈਂ ਇੱਕ ਇਨੋਸੈਂਟ ਆਦਮੀ ਨੂੰ
ਜਿਹਨੇ ਕੋਈ ਗਲਤੀ ਨਹੀਂ ਕੀਤੀ, ਕੋਈ ਪਾਪ ਨਹੀਂ ਕੀਤਾ, ਮੈਂ ਉਹਨੂੰ ਫੜਵਾ ਦਿੱਤਾ ਹੈ। ਉਹ 3.5 ਸਾਲ ਯਿਸੂ ਮਸੀਹ ਦੇ ਨਾਲ ਸੀ, ਉਹਨੂੰ ਪਤਾ ਸੀਗਾ ਜੇ ਉਹਨੇ ਕੋਈ ਗਲਤੀ ਹੁੰਦੀ ਉਹਨੂੰ ਪਤਾ ਹੋਣਾ ਸੀ। ਸੋ ਇੱਥੇ ਦੱਸਦੇ ਆ ਯਿਸੂ ਮਸੀਹ ਨੇ ਪਾਪ ਨੂੰ ਹਰਾ ਦਿੱਤਾ ਆ ਤੇ ਸਾਨੂੰ ਫਤਿਹ ਦੇ ਦਿੱਤੀ ਆ। ਆਮੀਨ। ਪਰ ਉਹਨਾਂ ਦੇ ਕੋਲ ਹੀ ਆ ਜਿਹੜੇ ਯਿਸੂ ਮਸੀਹ ਦੇ ਕੋਲ ਆਉਂਦੇ ਆ। ਕਿਹਦੇ ਕੋਲ ਫਤਿਹ ਆ? ਯਿਸੂ ਮਸੀਹ ਦੇ ਕੋਲ ਆਉਂਦੇ ਆ ਤਾਂ ਉਹਦੇ ਕੋਲ ਰਹਿੰਦੇ ਆ। ਆਮੀਨ। ਕਈ ਵਾਰੀ ਅਸੀਂ ਉਹਦੇ ਕੋਲ ਆਉਂਦੇ ਆ, ਫਿਰ ਅਸੀਂ ਆਪਣੀਆਂ ਮਰਜ਼ੀਆਂ ਕਰਨ ਲੱਗ ਪੈਂਦੇ, ਅਸੀਂ ਰੋਂਗ ਪਾਸੇ ਨੂੰ ਜਾਣ ਲੱਗ ਪੈਂਦੇ ਆ। ਫਿਰ ਅਸੀਂ ਦੇਖਦੇ ਆ ਸਾਡੇ ਕੋਲ ਫਤਿਹ ਕਾਹਦੇ ਨਹੀਂ ਹੈਗੀ, ਕਰਕੇ ਅਸੀਂ ਹੁਣ ਉਹਦੇ ਨਾਲ ਨਹੀਂ ਹੈਗੇ। ਅਸੀਂ ਹੋਰ ਪਾਸੇ ਫਿਰਦੇ ਆ, ਜਿੱਥੇ ਪਾਪ ਆ ਅਸੀਂ ਆਪ ਉਧਰ ਨੂੰ ਗਏ ਹੋਏ ਆ। ਯਿਸੂ ਮਸੀਹ ਨੇ ਫਤਿਹ ਉੱਤੇ ਪਾਪ ਪਾਈ ਹੋਈ ਆ, ਪਾਪ ਦੇ ਉੱਤੇ ਫਤਿਹ ਪਾਈ ਹੋਈ ਆ, ਪਰ ਹੁਣ ਸਾਨੂੰ ਉਹਦੇ ਨਾਲ ਚੱਲਣ ਦੀ ਜ਼ਰੂਰਤ ਹੈ, ਉਹਦੇ ਨਾਲ ਰਹਿਣ ਦੀ ਜ਼ਰੂਰਤ ਹੈ। ਜਿੰਨੇ ਵੀ ਯਿਸੂ ਮਸੀਹ ਦੇ ਕੋਲ ਆਉਂਦੇ ਆ ਤਾਂ ਉਹਦੇ ਨਾਲ ਰਹਿੰਦੇ ਆ, ਉਹ ਫਤਿਹ ਪਾਪ ਦੇ ਉੱਤੇ ਨਹੀਂ ਫਤਿਹ ਪਾਈ ਆ। ਸੋ ਸਾਨੂੰ ਪਾਪ ਨਾਲ ਲੜਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ। ਯਿਸੂ ਮਸੀਹ ਨੇ ਕੀਤੀ ਸੀ, ਉਹ ਜਿੱਤ ਕੇ ਫਤਿਹ ਸਾਨੂੰ ਦੇਤੀ ਆ। ਸਾਨੂੰ ਕੀ ਫਤਿਹ ਦਾ ਕੀ ਮਤਲਬ? ਸਾਨੂੰ ਉਹਨੇ ਮੁਕਤੀ ਦੇਤੀ ਆ, ਸਾਨੂੰ ਉਹਨੇ ਆਜ਼ਾਦ ਕਰ ਦਿੱਤਾ ਹੈ। ਇਹ ਬਾਈਬਲ ਸਾਨੂੰ ਬਹੁਤ ਸਾਫ਼ ਦੱਸ ਰਹੀ ਹੈ। ਸੋ ਪ੍ਰੇਜ਼ ਦ ਲਾਰਡ। ਤੇ ਬਹੁਤ ਕਲੀਅਰਲੀ ਸਾਨੂੰ ਦੱਸ ਰਿਹਾ ਹਬਰਾਨੀਆਂ ਦੀ ਕਿਤਾਬ, ਉਹਦਾ 9ਵਾਂ ਚੈਪਟਰ ਤੇ ਉਹਦੀ 26ਵੀਂ ਆਇਤ ਦੇ ਵਿੱਚ ਸਾਨੂੰ ਬਹੁਤ ਸਾਫ਼ ਦੱਸਦਾ ਆ ਵੀ ਯਿਸੂ ਮਸੀਹ ਨੇ ਕੀਮਤ ਦਿੱਤੀ ਹੋਈ ਆ। ਹਾਂਜੀ, ਪੜ੍ਹਿਓ ਤਾਂ। ਇੰਗਲਿਸ਼ ਦੇ ਵਿੱਚ ਹੀਬਰੂਜ਼ 7 ਚੈਪਟਰ 9 ਵਰਸ 26। ਇਹ ਉਹਨੂੰ ਜਗਤ ਦੇ ਮੁੱਢੋਂ ਬਾਰ-ਬਾਰ ਦੁੱਖ ਭੋਗਣਾ ਪੈਂਦਾ, ਪਰ ਹੁਣ ਯੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪ੍ਰਗਟ ਹੋਇਆ ਹੈ ਵੀ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ। ਆਮੀਨ। ਕੀ ਕੀਤਾ ਉਹਨੇ? ਆਪ ਬਲੀਦਾਨ ਹੋਇਆ ਤੇ ਪਾਪ ਨੂੰ ਦੂਰ ਕਰ ਦਿੱਤਾ। ਹੁਣ ਉਹ ਪਾਪ ਸਾਡੇ ਉੱਤੇ ਡੋਮੀਨੀਅਨ, ਸਾਡੇ ਉੱਤੇ ਰਾਜ ਨਹੀਂ ਕਰ ਸਕਦਾ ਹੈਗਾ। ਜ਼ਰੂਰ ਸਾਡੇ ਕੋਲ ਕਦੇ ਗਲਤੀ ਹੋ ਜਾਣੀ ਆ, ਪਰ ਅਸੀਂ ਉਹ ਕੋ ਜਦੋਂ ਜਾਣੇ ਆ, ਉਹ ਸਾਨੂੰ ਫੇਰ ਮਾਫ ਕਰ ਦਿੰਦਾ, ਸਾਨੂੰ ਫੇਰ ਯਿਸੂ ਮਸੀਹ ਦੇ ਖੂਨ ਦੇ ਨਾਲ ਧੋ ਦਿੰਦਾ ਆ, ਤੇ ਅਸੀਂ ਇਦਾਂ ਹੀ ਹੁੰਨੇ ਜਿੱਦਾਂ ਕਦੇ ਪਾਪ ਕੀਤਾ ਹੀ ਨਹੀਂ ਹੁੰਦਾ। ਸੋ ਇੱਥੇ ਉਹ ਦੱਸਦਾ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਕੀਮਤ ਦੇਤੀ ਆ। ਇੱਕੋ ਵਾਰੀ ਦੇਣ ਦੀ ਜ਼ਰੂਰਤ ਸੀਗੀ, ਉਹਦੀ ਕੀਮਤ ਦੇਤੀ ਆ। ਅਸੀਂ ਹੁਣ ਫ੍ਰੀ ਆ। ਸੋ ਇਹਦਾ ਮਤਲਬ ਸਾਨੂੰ ਪਾਪ ਨਾਲ ਵੀ ਲੜਨ ਦੀ ਜ਼ਰੂਰਤ ਨਹੀਂ ਹੈਗੀ, ਜੇ ਯਿਸੂ ਮਸੀਹ ਨੇ ਜਿੱਤ ਲਈ ਆ। ਸੋ ਪ੍ਰੇਜ਼ ਦ ਲਾਰਡ। ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਯਿਸੂ ਮਸੀਹ ਨੇ ਸਾਡੇ ਵਾਸਤੇ ਬਹੁਤ ਬੜੇ ਕੰਮ ਕੀਤੇ ਆ। There are enemies to faith. Yes, ਨੇਚਰ ਦੇ ਬੈਰੀ ਹੈਗੇ ਆ। ਓਕੇ, ਕੌਣ ਬੈਰੀ ਆ? ਉਹ ਡਾਊਟ, ਸ਼ੱਕ, ਹਿੰਡਰੈਂਸਿਸ। ਜਦੋਂ ਸਾਡੇ ਰੁਕਾਵਟਾਂ ਆਉਂਦੀਆਂ ਆ, ਡਾਊਟ, ਹਿੰਡਰੈਂਸਿਸ ਇੱਦਾਂ ਦੇ ਸਾਡੇ ਸ਼ੈਤਾਨ ਲੈ ਕੇ ਆਉਂਦਾ ਆ, ਤੇ ਉਹ ਸਾਡੇ ਨੇਚਰ ਦੇ ਵਿੱਚ ਲਿਆ ਕੇ ਆਉਂਦਾ ਆ। ਸੋ ਜਿਹੜੀ ਸਾਡੀ ਲੜਾਈ ਆ, ਉਹ ਨੇਚਰ ਦੀ ਲੜਾਈ ਆ। ਸੋ ਪਹਿਲਾਂ ਉਹਨੇ ਸਾਨੂੰ ਆ ਕੇ ਕਹਿਣਾ, ਜਿੱਦਾਂ ਮੈਂ ਦੱਸ ਕੇ ਹਟਿਆ, ਉਹਨੇ ਕਹਿਣਾ ਤੁਹਾਡੀ ਪ੍ਰਾਰਥਨਾ ਤਾਂ ਨਹੀਂ ਸੁਣੀ ਜਾਂਦੀ, ਤੁਸੀਂ ਪਾਪੀ ਆ। ਪਰ ਆਪਾਂ ਦੇਖਿਆ ਯਿਸੂ ਮਸੀਹ ਨੇ ਪਾਪ ਦਾ ਇਲਾਜ ਕਰ ਦਿੱਤਾ ਆ। ਜੇ ਤੁਸੀਂ ਹੱਲੇ ਨਹੀਂ ਯਿਸੂ ਮਸੀਹ ਨੂੰ ਪਾਇਆ, ਫਿਰ ਤੁਸੀਂ ਹੱਲੇ ਵੀ ਪਾਪੀ ਆ। ਪਰ ਜੇ ਤੁਸੀਂ ਯਿਸੂ ਮਸੀਹ ਦੇ ਕੋਲ ਆ ਕੇ ਮਾਫੀ ਮੰਗ ਲਈ ਆ, ਮੁਕਤੀ ਨੂੰ ਕਬੂਲ ਕਰ ਲਿਆ ਆ, ਤੁਸੀਂ ਹੁਣ ਪਾਪ ਤੋਂ ਬਗੈਰ ਆ। ਤੁਹਾਡੇ ਪਾਪ ਉਹਨੇ ਮਿਟਾ ਦਿੱਤੇ ਆ। ਏਦਾਂ ਕਰ ਦਿੱਤਾ ਜਿੱਦਾਂ ਤੁਸੀਂ ਪਾਪ ਕਦੇ ਕੀਤਾ ਹੀ ਨਹੀਂ ਹੁੰਦਾ ਹੈਗਾ। ਪਰ ਲੜਾਈ ਆਪਣੀ ਹੈਗੀ ਆ ਕਿ ਜਦੋਂ ਆਪਾਂ ਸ਼ੱਕ ਜਾਂ ਹਿੰਡਰੈਂਸਿਸ, ਜਦੋਂ ਸਾਡੇ ਵਾਸਤੇ ਰੁਕਾਵਟਾਂ ਪਾਉਂਦਾ ਹੈ। ਸੋ ਉਹ ਸਾਡੀ ਲੜਾਈ ਉਹਨਾਂ ਲੱਗੀ ਹੋਈ ਆ। ਉਹਦੇ ਵਿੱਚ ਸਾਨੂੰ ਖੜੇ ਹੋਣ ਦੀ ਜ਼ਰੂਰਤ ਆ। ਉਹਦੇ 3 ਚੀਜ਼ਾਂ ਆ ਜਿਹੜੀਆਂ ਸ਼ੈਤਾਨ ਵਰਤਦਾ ਸਾਡੇ ਖਿਲਾਫ, ਜਿਹਦੇ ਨਾਲ ਸਾਨੂੰ ਫਤਿਹ ਨਹੀਂ ਪਾਉਣ ਦਿੰਦਾ ਹੈਗਾ। 3 ਚੀਜ਼ਾਂ ਆ। ਉਹ 3 ਚੀਜ਼ਾਂ ਮੈਂ ਗਿਣਦਾ ਹੁਣ, ਤੇ ਫਿਰ ਆਪਾਂ ਕੱਲੀ ਕਰਕੇ ਉਹਨੂੰ ਦੇਖਾਂਗੇ ਅਗਲੇ ਹਫ਼ਤੇ ਨੂੰ। ਅੱਜ ਆਪਣੇ ਕੋਲ ਟਾਈਮ ਨਹੀਂ ਹੋਣਾ ਹੈਗਾ, ਪਰ ਕੱਲੀ ਕਰਕੇ ਦੇਖਾਂਗੇ। ਸੋ ਜਿਹੜੀ ਪਹਿਲੀ ਹਿੰਡਰੈਂਸਿਸ ਆ, ਜਿਹੜੀ ਪਹਿਲੀ ਰੁਕਾਵਟ ਸਾਨੂੰ ਪੈਂਦੀ, ਅਸੀਂ ਫਤਿਹ ਨਹੀਂ ਪਾਉਂਦੇ ਇਹਦੇ ਕਾਰਨ, we do not know what belongs to us.
ਸਾਨੂੰ ਪਤਾ ਨਹੀਂ ਹੈਗਾ ਬਈ ਸਾਡੀ ਕਿਹੜੀ ਚੀਜ਼ ਆ। ਸੋ ਕੀ ਹੋਇਆ, ਵੀ ਹੈਵ ਲੈਕ ਆਫ ਅੰਡਰਸਟੈਂਡਿੰਗ। ਸਾਨੂੰ ਉਸ ਚੀਜ਼ ਦੀ ਸਮਝ ਨਹੀਂ ਹੈਗੀ। ਇਹਦਾ ਕੀ ਮਤਲਬ, ਮੈਂ ਹੋਰ ਇੱਕ ਮਿਸਾਲ ਦੇ ਨਾਲ ਸਮਝਾਉਣਾ ਆ। ਫਰਜ਼ ਰੱਖ ਲਓ ਮੇਰੇ ਡੈਡੀ ਦੀ ਮੌਤ ਹੋਣ ਤੋਂ ਪਹਿਲਾਂ ਉਹ 1 ਲੱਖ ਪਾਉਣ ਬੈਂਕ ਦੇ ਵਿੱਚ ਰੱਖ ਗਿਆ ਮੇਰੇ ਵਾਸਤੇ, ਤੇ ਫਿਰ ਉਹ ਖਾਤਾ ਲਿਖ ਕੇ ਤੇ ਉਹ ਰੱਖ ਗਿਆ ਮੇਰੇ ਵਾਸਤੇ ਬਈ ਪੜ੍ਹ ਕੇ ਮੈਨੂੰ ਪਤਾ ਲੱਗ ਜਾਵੇ ਮੇਰੇ ਵਾਸਤੇ 1 ਲੱਖ ਪਾਉਣ ਉਹਨੇ ਬੈਂਕ ਵਿੱਚ ਰੱਖਿਆ ਆ। ਆਪਣੇ ਕੋ ਵੀ ਇਦਾਂ ਹੀ ਆ। ਪਰਮੇਸ਼ਰ ਨੇ ਬਹੁਤ ਚੀਜ਼ਾਂ ਆਪਣੇ ਵਾਸਤੇ ਕਰਕੇ ਤੇ ਉਹਨੇ ਬਾਈਬਲ ਦੇ ਵਿੱਚ ਲਿਖ ਕੇ ਰੱਖ ਗਿਆ ਆ। ਪਰ ਬਾਹਲੀ ਵਾਰੀ ਅਸੀਂ ਕੀ ਕਹਿੰਦੇ ਆ, ਮੇਰਾ ਜੀ ਨਹੀਂ ਕਰਦਾ ਪੜ੍ਹਨ ਨੂੰ, ਪਾਸਟਰ ਜੀ ਪਤਾ ਨਹੀਂ ਕੀ ਗੱਲ ਆ, ਬਹੁਤ ਹਫ਼ਤੇ ਹੋ ਗਿਆ ਮੇਰੇ ਕੋਲ ਬਾਈਬਲ ਨਹੀਂ ਪੜ੍ਹ ਹੋਈ ਹੈਗੀ, ਮੇਰੇ ਕੋਲ ਪ੍ਰੇ ਨਹੀਂ ਕਰ ਹੋਈ ਹੈਗੀ। ਜੇ ਮੈਂ ਜਿਹੜੀ ਮੇਰਾ ਡੈਡੀ ਮੇਰੇ ਵਾਸਤੇ ਚੀਜ਼ਾਂ ਰੱਖ ਗਿਆ, ਲਿਖ ਕੇ ਰੱਖ ਗਿਆ ਵੀ ਕਿੱਥੇ ਪਾਉਣੀਆਂ, ਮੈਂ ਉਹ ਲਿਖ ਕੇ ਰੱਖ ਗਿਆ ਵੀ ਕਿਹੜੀ ਬੈਂਕ ਵਿੱਚ ਜਾਣਾ ਆ, ਕਿਹੜੇ ਕਾਗਜ਼ ਲੈ ਕੇ ਜਾਣਾ, ਮੈਂ ਉਹਦੇ ਬਾਰੇ ਪੜ੍ਹ ਕੇ ਨਹੀਂ ਦੇਖਦਾ। ਹੁਣ ਕੀ ਕਰ, ਆਈ ਗॉट ਲੈਕ ਆਫ ਨੌਲੇਜ, ਮੈਨੂੰ ਸਮਝ ਹੀ ਨਹੀਂ ਹੈਗੀ। ਜੋ ਬੈਂਕ ਇੰਡੀਆ ਦੇ ਵਿੱਚ ਆ, ਮੈਂ ਇੱਥੇ ਇੰਗਲੈਂਡ ਵਿੱਚ ਬੈਠਾ ਆ, ਮੈਨੂੰ ਪਤਾ ਹੀ ਨਹੀਂ ਲੱਗਣਾ ਹੈਗਾ। ਮੈਂ ਮੰਗਤਾ ਹੋ ਸਕਦਾ ਆ, ਪਰ ਮੇਰੇ ਕੋਲ ਲੱਖ ਪਾਉਣ ਰੱਖਿਆ ਆ ਜਿਹੜਾ ਮੇਰਾ ਡੈਡੀ ਮੇਰੇ ਵਾਸਤੇ ਰੱਖ ਗਿਆ, ਪਰ ਮੈਂ ਮੰਗਦਾ ਆ। ਐਨ ਇਹ ਸਟੋਰੀ ਆ ਆਪਾਂ ਦੀ, ਜਿਹੜੇ ਆਪਾਂ ਯਿਸੂ ਮਸੀਹ ਨੂੰ ਪਾਲਿਆ ਆ, ਪਰਮੇਸ਼ਰ ਦੇ ਬੇਟੇ ਬੇਟੀਆਂ ਬਣ ਗਏ ਆ। ਜੋ ਹੱਕ ਯਿਸੂ ਮਸੀਹ ਦਾ ਸੀ, ਬਾਈਬਲ ਦੱਸਦੀ ਆ, ਵੀ ਜੁਆਇੰਟ ਐਜ਼ ਵਿਦ ਜੀਸਸ ਕ੍ਰਾਈਸਟ, ਉਹ ਸਾਨੂੰ ਮਿਲ ਗਿਆ ਆ। ਪਰ ਅਸੀਂ ਗਰੀਬੀ ਦੇ ਵਿੱਚ ਰਹਿੰਦੇ ਆ, ਅਸੀਂ ਲੈਕ ਦੇ ਵਿੱਚ ਰਹਿੰਦੇ ਆ, ਅਸੀਂ ਘਟੂਆ ਦੇ ਵਿੱਚ ਰਹਿੰਦੇ ਆ। ਅਸੀਂ ਕਿਸੇ ਚੀਜ਼ ਉੱਤੇ ਫਤਿਹ ਨਹੀਂ ਪਾਉਂਦੇ ਹੈਗੇ। ਕਾਹਤੇ ਕਰਕੇ ਸਾਨੂੰ ਪਤਾ ਨਹੀਂ ਹੈਗਾ ਬਾਈਬਲ ਦੇ ਵਿੱਚ ਕੀ ਲਿਖਿਆ ਹੈ। ਸਾਨੂੰ ਪਤਾ ਨਹੀਂ ਹੈਗਾ ਜਿਹੜਾ ਖਤ ਪਰਮੇਸ਼ਰ ਨੇ ਲਿਖ ਕੇ ਸਾਨੂੰ ਦਿੱਤਾ ਆ, ਅਸੀਂ ਸਾਡਾ ਜੀ ਨਹੀਂ ਕਰਦਾ ਉਹਦੇ ਵਿੱਚ ਪੜ੍ਹਨ ਨੂੰ। ਜੇ ਪੜ੍ਹਦੇ ਆ ਸਾਡਾ ਮਾਈਂਡ ਹੋਰ ਕਿਤੇ ਹੁੰਦਾ ਤੇ ਸਾਨੂੰ ਸਮਝ ਹੀ ਨਹੀਂ ਲੱਗਦੀ ਅਸੀਂ ਕੀ ਪੜ੍ਹਦੇ ਆ। ਪਰ ਜੇ ਅਸੀਂ ਉਹਦੇ ਸਟੱਡੀ ਕਰਕੇ ਦੇਖੀਏ, ਉਹਦਾ ਧਿਆਨ ਦੇਖੀਏ, ਤੇ ਫਿਰ ਸਾਨੂੰ ਪਤਾ ਲੱਗਣ ਲੱਗ ਪੈਣਾ। ਇਹ ਪਹਿਲੀ ਚੀਜ਼ ਜਿਹੜੀ ਆ, ਲੈਕ ਆਫ ਨੌਲੇਜ ਆ। ਅਸੀਂ ਜਾਣਦੇ ਨਹੀਂ ਹੈਗੇ ਪਰਮੇਸ਼ਰ ਨੇ ਸਾਡੇ ਵਾਸਤੇ ਕੀ ਕੁਛ, ਜਾਂ ਯਿਸੂ ਮਸੀਹ ਨੇ ਸਾਡੇ ਉੱਤੇ ਕੀ, ਸਾਡੇ ਵਾਸਤੇ ਕੀ ਕੁਛ ਕ੍ਰਾਸ ਉੱਤੇ ਕੀਤਾ ਹੈ। ਸੋ ਪਹਿਲੀ ਚੀਜ਼ ਜਿਹੜੀ ਸਾਡੀ ਲੈਕ ਹੈ ਉਹ ਇਹ ਕੀ ਹੈ, ਵੀ ਡੋਨਟ ਨੋ ਵਾਟ ਬਿਲੋਂਗਸ ਟੂ ਅਸ। ਸਾਨੂੰ ਪਤਾ ਨਹੀਂ ਹੈਗਾ ਸਾਡੀ ਕਿਹੜੀ ਚੀਜ਼ ਆ। ਸੋ ਉਹਦਾ ਇਲਾਜ ਕੀ ਹੈ, ਸਾਨੂੰ ਪਤਾ ਕਰਨਾ ਪੈਣਾ, ਬਾਈਬਲ ਵਿੱਚ ਜਾਣਾ ਪੈਣਾ। ਜਦੋਂ ਕੋਈ ਸਿੱਖਿਆ ਦਿੰਦਾ ਆ ਉਹਦੇ ਵਿੱਚੋਂ ਜਾ ਕੇ ਸਿੱਖਣਾ ਪੈਣਾ। ਆਪਣੀ ਬਾਈਬਲ ਲੈ ਕੇ ਬੈਠੋ, ਜਦੋਂ ਬਾਈਬਲ ਵਰਸਿਸ ਦੇਖਦੇ ਆ ਨਾਲ ਦੇਖੋ, ਫਿਰ ਉਹਨੂੰ ਆਪਣੇ ਬਣਾਉਣਾ ਪੈਣਾ। ਕਈ ਵਾਰ ਅਸੀਂ ਬਾਈਬਲ ਇੱਦਾਂ ਪੜ੍ਹਦੇ ਆ ਜਿੱਦਾਂ ਹੋਰ ਕਿਸੇ ਵਾਸਤੇ ਹੁੰਦੀ ਆ, ਉਹ ਪਰਸਨਲੀ ਨਹੀਂ ਹੁੰਦੀ ਹੈਗੀ। ਜਿੱਦਾਂ ਮੈਂ ਆਪਣੇ ਡੈਡੀ ਦੇ ਬਾਰੇ ਗੱਲ ਕਰ ਰਿਹਾ ਸੀ, ਬਈ ਜੇ ਉਹ ਮੈਨੂੰ ਚਿੱਠੀ ਲੈ ਕੇ ਰੱਖ ਗਿਆ ਆ, ਉਹ ਕਹਿੰਦਾ ਜੀ ਮੈਂ 1 ਲੱਖ ਪਾਉਣ ਮੈਂ ਬੈਂਕ ਵਿੱਚ ਰੱਖ ਚੱਲਿਆ, ਫਲਾਨੀ ਬੈਂਕ ਦੇ ਵਿੱਚ ਆ, ਪਰ ਮੈਂ ਸਮਝਦਾ ਹੋਰ ਕਿਸੇ ਵਾਸਤੇ ਆ, ਮੈਂ ਨਹੀਂ ਹੋਣਾ ਹੈਗਾ, ਇਹ ਹੋਰ ਕਿਸੇ ਵਾਸਤੇ ਹੋਣਾ। ਬਹੁਤਿਆਂ ਦੀ ਇਹ ਐਟੀਟਿਊਡ ਆ, ਇਹ ਖਿਆਲ ਆ, ਮੈਂ ਤਾਂ ਨਿਕੰਮਾ, ਮੈਂ ਤਾਂ ਕਿਸੇ ਕੰਮ ਦਾ ਨਹੀਂ ਹੈਗਾ, ਮੇਰੇ ਵਾਸਤੇ ਨਹੀਂ ਹੋਣਾ, ਹੋਰ ਕਿਸੇ ਵਾਸਤੇ ਹੋਣਾ। ਨੋ, ਜੇ ਤੁਸੀਂ ਯਿਸੂ ਮਸੀਹ ਨੂੰ ਪਾਇਆ ਆ, ਉਹਨੂੰ ਆਪਣਾ ਮੁਕਤੀ ਦਾਤਾ ਬਣਾਇਆ, ਇਹ ਤੁਹਾਡੇ ਵਾਸਤੇ ਆ, ਤੁਹਾਡੇ ਵਾਸਤੇ ਜਿਹੜੇ ਇਸ ਵੇਲੇ ਸੁਣ ਰਹੇ ਆ, ਤੁਸੀਂ ਉਹ ਲੈ ਸਕਦੇ ਆ, ਤੁਹਾਡੇ ਆ। ਬਾਈਬਲ ਦੇ ਵਿੱਚ ਜਾ ਕੇ ਆਪਾਂ ਨੂੰ ਸਟੱਡੀ ਕਰਕੇ ਉਹਦੇ ਵਿੱਚੋਂ ਕੱਢਣਾ ਪੈਣਾ, ਉਹਨੂੰ ਬਿਲੀਵ ਕਰਨਾ ਪੈਣਾ, ਨੇਚਾ ਰੱਖਣਾ ਪੈਣਾ, ਉੱਤੇ ਖੜੇ ਹੋਣਾ ਪੈਣਾ। ਇਹ ਨੇਚਾ ਆ। ਸੋ ਪਹਿਲੀ ਚੀਜ਼ ਇਹ ਅਸੀਂ ਪਤਾ ਕਰਨਾ ਵੀ ਸਾਡੀ ਕੀ ਚੀਜ਼ ਹੈ। ਦੂਸਰੀ ਚੀਜ਼ ਜਿੱਥੇ ਅਸੀਂ ਕਮੀ ਪਾਉਂਦੇ ਆ, ਅਸੀਂ ਪਤਾ ਕਰ ਲਿਆ, ਸਾਨੂੰ ਕਿਸੇ ਨੇ ਦੱਸਤਾ, ਰੱਖ ਲਓ, ਅਸੀਂ ਆ ਬਾਈਬਲ ਦੇ ਵਿੱਚੋਂ ਪੜ੍ਹਿਆ,
ਪਰ ਸਾਨੂੰ ਹੁਣ ਪਤਾ ਨਹੀਂ ਉਹਦੇ ਬਾਰੇ ਪ੍ਰੇ ਕਿੱਦਾਂ ਕਰਕੇ ਲੈਣਾ ਕਿੱਦਾਂ ਆ। ਓਕੇ, ਮੈਂ ਪੀਸ ਆਫ ਪੇਪਰ ਤੋੜ ਲਿਆ ਜਿਹੜਾ ਮੇਰੇ ਡੈਡ ਰੱਖ ਗਿਆ ਸੀਗਾ, ਤੇ ਪਰ ਉਹ ਬਹੁਤ ਦੂਰ ਆ ਬੈਂਕ। ਹੁਣ ਮੈਨੂੰ ਟੋਲਣਾ ਪੈਣਾ ਵੀ ਉੱਥੇ ਜਾਣਾ ਕਿੱਦਾਂ ਆ, ਫਿਰ ਮੈਨੂੰ ਕੀ ਕਰਨਾ ਪੈਣਾ। ਇੱਥੇ ਆਪਾਂ ਕਹਿ ਸਕਦੇ ਵੀ ਡੋਨਟ ਨੋ ਹਾਊ ਟੂ ਪ੍ਰੇ। ਸਾਨੂੰ ਪਤਾ ਨਹੀਂ ਹੈਗਾ ਕਿੱਦਾਂ ਪ੍ਰੇ ਕਰਨੀ ਆ। ਸੋ ਸਾਨੂੰ ਸਿੱਖਣਾ ਪੈਣਾ। ਕਈ ਵਾਰੀ ਆਪਾਂ ਇੱਦਾਂ ਸਿੱਖਦੇ ਹਾਂ, ਜਦੋਂ ਨਵੇਂ ਲੋਕ ਆਉਂਦੇ ਆ, ਉਹ ਆ ਕੇ ਮੈਨੂੰ ਕਹਿੰਦੇ ਭਾਜੀ ਪਾਸਟਰ ਜੀ ਅਸੀਂ ਸਾਡੀ ਆਹ ਲੋੜ ਆ, ਸਾਨੂੰ ਪਤਾ ਨਹੀਂ ਅਸੀਂ ਕਿੱਦਾਂ ਪ੍ਰੇ ਕਰਨੀ ਆ। ਓਕੇ, ਸੋ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ। ਕਈ ਵਾਰੀ ਸਾਡੇ ਥੋੜ੍ਹੀਆਂ ਲਿਖੇ ਪ੍ਰੇਅਰ ਹੁੰਦੇ ਆ, ਅਸੀਂ ਕਹਿੰਦੇ ਹੁੰਦੇ ਜੀ ਆਹ ਪ੍ਰੇ ਕਰਨ ਲੱਗਿਓ, ਪਰ ਬਹੁਤ ਵਾਰੀ ਉਹ ਤੋਤਿਆਂ ਵਾਂਗ ਫੇ ਕਰਦੇ ਆ। ਪਰ ਫੇਰ ਵੀ ਉਹ ਸਾਨੂੰ ਆਪਣਾ ਬਣਾਉਣਾ ਪੈਣਾ, ਪਰਸਨਲੀ ਬਣਾਉਣਾ ਪੈਣਾ। ਮੈਂ ਕਹਿੰਦਾ ਹੁੰਦਾ ਆਪਣਾ ਨਾਮ ਵਿੱਚ ਲਿਓ, ਆਪਣਾ ਡਰੈਸ ਵਿੱਚ ਲਿਓ। ਕਾਹਤੇ? ਸਾਨੂੰ ਇੱਦਾਂ ਲੱਗੇ ਵੀ ਸਾਡੇ ਵਾਸਤੇ ਆ। ਓਕੇ, ਸੋ ਅਸੀਂ ਸਿੱਖ ਸਕਦੇ ਹਾਂ। ਖੋਜਿਆਲ ਚਰਚ ਵਾਲਿਆਂ ਨੇ ਕਿਤਾਬ ਬਣਾਈ ਹੋਈ ਪ੍ਰੇ ਬੁੱਕ, ਗੋਲਡਨ ਬੁੱਕ ਸਾਡੇ ਆ। ਉਹਦੇ ਵਿੱਚੋਂ ਅਸੀਂ ਪ੍ਰਾਰਥਨਾ ਸਿੱਖ ਸਕਦੇ ਹਾਂ। ਓਕੇ, ਕਈ ਜਿਹੜੀਆਂ ਸਾਡੀਆਂ ਲੋੜਾਂ ਹੁੰਦੀਆਂ ਉਹਦੇ ਵਿੱਚ ਦੱਸਿਆ ਇਸ ਲੋੜ ਵਾਸਤੇ ਇੱਦਾਂ ਪ੍ਰਾਰ ਕਰਨੀ, ਇਸ ਲੋੜ ਵਾਸਤੇ ਇੱਦਾਂ ਪ੍ਰੇ ਕਰਨੀ। ਕਈਆਂ ਦੇ ਖਿਆਲ ਦੇ ਵਿੱਚ ਬਈ ਉਹ ਇੱਕ ਵਾਰੀ ਦਿਹਾੜੀ ਦੇ ਵਿੱਚ ਬੁੱਕ ਪੜ੍ਹਨੀ ਹੈ। ਓਕੇ, ਬਹੁਤ ਗੁੱਡ ਆ, ਤੁਸੀਂ ਪੜ੍ਹਦੇ ਆ, ਪਰ ਇਕੱਲੀ ਪੜ੍ਹਨੀ ਨਹੀਂ ਹੈਗੀ। ਜਿਹੜੀਆਂ ਚੀਜ਼ਾਂ ਵਿੱਚ ਲਿਖੀਆਂ ਆ ਉਹ ਕਲੇਮ ਕਰਨੀਆਂ, ਉਹਦਾ ਅਸਰ ਕਰਨਾ, ਉਹ ਚੀਜ਼ਾਂ ਆਪਣੀਆਂ ਬਣਾਉਣੀਆਂ ਆ, ਤਾਂ ਇਹ ਸਹੀ ਤਰ੍ਹਾਂ ਦੀ ਪ੍ਰਾਰਥਨਾ ਤੁਹਾਡੇ ਵਾਸਤੇ ਬਣਨੀ ਹੈ। ਸੋ ਪਹਿਲੀ ਚੀਜ਼ ਸੀਗੀ ਸਾਨੂੰ ਪਤਾ ਨਹੀਂ ਸਾਡੀ ਕਿਹੜੀ ਚੀਜ਼ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਆ ਉਹ ਇਹ ਆ ਬਈ ਸਾਨੂੰ ਪ੍ਰੇ ਨਹੀਂ ਕਰਨੀ ਆਉਂਦੀ, ਅਸੀਂ ਕਿੱਦਾਂ ਉਹ ਲਈਏ ਚੀਜ਼। ਪ੍ਰੇਜ਼ ਦ ਲਾਰਡ। ਸੋ ਇਹ ਦੋ ਹੀ ਚੀਜ਼ਾਂ ਅਸੀਂ ਸਿੱਖ ਲਈਆਂ। ਹੁਣ ਅਸੀਂ ਇੱਦਾਂ ਵੀ ਸਿੱਖ ਲਿਆ ਬਈ ਅਸੀਂ ਪ੍ਰੇ ਕਿੱਦਾਂ ਕਰਨੀ ਆ। ਅਸੀਂ ਉਹ ਗੋਲਡਨ ਬੁੱਕ ਮੰਗਾ ਸਕਦੇ ਹਾਂ, ਜਾਂ ਅਸੀਂ ਪ੍ਰੇ ਜਗਦੀਸ਼ ਦੇ ਕੋਲੋਂ ਪ੍ਰੇ ਲੈ ਲਈਏ ਤੇ ਅਸੀਂ ਉਹ ਪ੍ਰੇ ਕਰਦੇ ਹਾਂ। ਪਰ ਹੱਲੇ ਵੀ ਜਵਾਬ ਆਇਆ ਨਹੀਂ ਹੈਗਾ, ਹੱਲੇ ਵੀ ਅਸੀਂ ਉੱਥੇ ਸਾਡੇ ਕੋਲ ਹੱਲੇ ਵੀ ਕੋਈ ਪ੍ਰੋਬਲਮ ਹੈ। ਸਾਨੂੰ ਪਤਾ ਨਹੀਂ ਹੈਗਾ ਬਚਨ ਉੱਤੇ ਕਿੱਦਾਂ ਖੜੇ ਹੋਣਾ, ਹਾਊ ਟੂ ਸਟੈਂਡ ਔਨ ਦਾ ਵਰਡ। ਬਹੁਤ ਵਾਰੀ ਸਾਡੇ ਖਿਆਲਾਂ ਦੇ ਵਿੱਚ ਇਹ ਆ, ਆਹ ਲੜਾਈ ਆ ਕਿ ਬਚਨ ਉੱਤੇ ਕਿੱਦਾਂ ਖੜਨਾ। ਦੈਟਸ ਦਾ ਫਾਈਟ ਆਫ ਫੇਥ। ਇਹ ਨੇਚਰ ਦੀ ਲੜਾਈ ਆ। ਜਿਹੜਾ ਵੇਟਿੰਗ ਟਾਈਮ ਆ, ਦੈਟਸ ਦਾ ਫਾਈਟ ਆਫ ਫੇਥ। ਇਹ ਨੇਚਰ ਦੀ ਲੜਾਈ ਆ। ਇੱਥੇ ਆ ਕੇ ਮੋਸਟਲੀ ਲੋਕੀ ਫੇਲ ਹੁੰਦੇ ਆ। ਉਹਨਾਂ ਨੂੰ ਕੋਈ ਦੱਸ ਦਿੰਦਾ ਜਾਂ ਉਹ ਆਪ ਟੋਲ ਲੈਂਦੇ ਆ ਉਹਨਾਂ ਦੇ ਕੀ ਵਾਅਦੇ ਆ। ਜੋ ਬਾਈਬਲ 'ਚ ਲਿਖਿਆ ਆ ਉਹ ਵੀ ਗੁੱਡ ਹੋ ਗਿਆ, ਬਹੁਤ ਚੰਗਾ ਹੋਇਆ। ਉਹਨਾਂ ਨੂੰ ਕਿਸੇ ਨੇ ਜਾਂ ਉਹਨੇ ਆਪ ਸਿੱਖ ਲਿਆ ਪ੍ਰੇ ਕਿੱਦਾਂ ਕਰਨੀ ਆ, ਉਹ ਵੀ ਬਹੁਤ ਚੰਗਾ ਹੋਇਆ। ਪਰ ਹੁਣ ਉਹਨਾਂ ਨੂੰ ਨੇਚਰ ਵਿੱਚ ਖੜੇ ਹੋਣਾ ਪੈਣਾ। ਇਹ ਬਹੁਤ ਔਖਾ ਆ। ਕਾਹਤੇ ਔਖਾ ਨਹੀਂ ਹੈਗਾ, ਅਸਲ ਦੇ ਵਿੱਚ ਅਸੀਂ ਟ੍ਰੇਨਡ ਰੋਂਗ ਕੀਤੇ ਗਏ ਆ। ਅਸੀਂ ਇੱਦਾਂ ਟ੍ਰੇਨਡ ਕੀਤੇ ਗਏ ਆ ਬਈ ਜੇ ਖਾਣਾ ਲੈਣਾ ਆ ਮੈਕਡੋਨਲਡਸ ਦੇ ਜਾਓ, ਕਾਰ ਵਿੱਚ ਹੀ ਜਾਓ, ਇੱਕ ਥਾਂ ਆਰਡਰ ਕਰ ਦਿਓ, ਦੂਜੇ ਥਾਂ ਜਾ ਕੇ ਪਿਕਅਪ ਕਰ ਲਓ, ਘਰ ਆ ਜਾਓ। ਓਕੇ, ਇਨਸਟੈਂਟ ਆ, ਕਾਲੀ ਚਾਹੀਦੀ ਆ। ਪਰ ਜਦੋਂ ਅਸੀਂ ਨੇਚਰ ਦੀ ਲੜਾਈ ਲੜਦੇ ਆ, ਇੱਦਾਂ ਨਹੀਂ ਹੋਣੀ ਹੈਗੀ। ਸਾਨੂੰ ਨੇਚਰ ਦੇ ਵਿੱਚ ਅੜਨਾ ਪੈਣਾ। ਇਹੀ ਤਾਂ ਲੜਾਈ ਆ। ਇੱਥੇ ਸਾਨੂੰ ਫਤਿਹ ਪਾਉਣੀ ਪੈਣੀ ਆ। ਸੋ ਤੁਸੀਂ ਪੁੱਛ ਸਕਦੇ ਆ ਪਰ ਪਾਸਟਰ ਜੀ ਕਿੰਨਾ ਚਿਰ ਖੜੇ ਹੋਣਾ ਪੈਣਾ ਆ। ਮੈਨੂੰ ਤਾਂ ਵੀਕ ਹੋ ਗਿਆ ਬਲੀਵ ਕਰਦਿਆਂ ਨੂੰ, ਵੀਕ ਹੋ ਗਿਆ ਕਰਦਿਆਂ ਨੂੰ, ਕੁਝ ਵੀ ਹੋਇਆ ਨਹੀਂ ਹੈਗਾ। ਮੈਂ ਇਹਦੇ ਵਿੱਚ ਕਹਿ ਨਹੀਂ ਸਕਦਾ ਹੈਗਾ ਕਿੰਨਾ ਚਿਰ ਖੜੇ ਹੋਣਾ ਪੈਣਾ ਹੈ। ਪਰ ਮੈਂ ਇੱਦਾਂ ਕਹਿਣਾ ਹੁੰਦਾ ਜਿੰਨਾ ਚਿਰ ਮਰਜ਼ੀ ਲੱਗੇ, ਅਸੀਂ ਨੇਚਰ ਦੇ ਵਿੱਚ ਖੜੇ ਹੀ ਰਹਿਣਾ ਹੈ। ਜਦੋਂ ਅਸੀਂ ਨੇਚਰ ਦੇ ਵਿੱਚ ਖੜੇ ਹਾਂ, ਫਿਰ ਅਸੀਂ ਕੀ ਕਰਦੇ ਹਾਂ? ਅਸੀਂ ਪ੍ਰਭੂ ਦਾ ਬਚਨ ਬੋਲਦੇ ਹਾਂ। ਬਚਨ ਦੇ ਵਿੱਚ ਇੱਦਾਂ ਲਿਖਿਆ, ਬਚਨ ਦੇ ਵਿੱਚ ਇੱਦਾਂ ਲਿਖਿਆ। ਕਹਾਂ ਜਾ ਕੇ ਆਪਾਂ ਇਹਦੇ ਬਾਰੇ ਹੋਰ ਦੇਖਾਂਗੇ ਤੇ ਤੁਹਾਨੂੰ ਸਿਖਾਵਾਂਗੇ ਵੀ ਉਹਦੇ ਵਿੱਚ ਕਿੱਦਾਂ ਖੜੇ ਹੋਣਾ ਪੈਣਾ। ਮੈਂ ਕਹਿੰਦਾ ਨੇਚਰ ਦੇ ਵਿੱਚ ਖੜੇ ਹੋਣਾ ਪੈਣਾ। ਬਹੁਤ ਲੋਕੀ ਇੱਦਾਂ ਕਹਿਣਾ ਆ, ਪਾਸਟਰ ਜੀ ਆਹੀ ਮੇਰੀ ਪ੍ਰੋਬਲਮ ਹੈ, ਮੇਰੇ ਕੋਲ ਨੇਚਰ ਹੈ ਨਹੀਂ।
Okay? ਪਤਾ ਨਹੀਂ ਕੀ ਗੱਲ ਹੈ, ਮੇਰੇ ਕੋਲ ਨੇਚਾ ਹੈ ਨਹੀਂ, ਪਰ ਬਾਈਬਲ ਦੱਸਦੀ ਆ ਨੇਚਾ ਜੇ ਹੈ ਨਹੀਂ ਆ ਸਕਦੀ ਹੈ। ਆਪਾਂ ਰੋਮੀਓ ਦੀ ਕਿਤਾਬ ਉਹਦਾ 10ਵਾਂ ਚੈਪਟਰ ਉਹਦੀ 17ਵੀਂ ਆਇਤ ਵਿੱਚ ਪੜ੍ਹਦੇ ਹਾਂ ਬਈ ਰੋਮਨਸ ਚੈਪਟਰ 10 ਵਰਸ 17 ਬਈ ਨੇਚਾ ਕਿੱਦਾਂ ਆਉਂਦੀ ਆ। ਜੇ ਆ ਸਕਦੀ ਹੈ ਤਾਂ ਮਤਲਬ ਜਿੰਨੇ ਵੀ ਤੁਸੀਂ ਇਸ ਵੇਲੇ ਸੁਣ ਰਹੇ, ਜੇ ਤੁਹਾਡੇ ਕੋਲ ਨੇਚਾ ਹੈ ਨਹੀਂ ਤੇ ਤੁਸੀਂ ਨੇਚਾ ਲੈ ਸਕਦੇ ਆ ਸਕਦੀ ਹੈ। ਸੁਣਦੇ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਬਚਨ ਦੇ ਵਿੱਚੋਂ ਕਿੱਦਾਂ ਨੇਚਾ ਆਉਂਦੀ ਆ। ਹਾਂਜੀ ਰੋਮੀਓ ਉਹਦਾ 10ਵਾਂ ਚੈਪਟਰ ਦੀ 17ਵੀਂ ਆਇਤ, ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਆਮੀਨ। ਸੋ ਪ੍ਰਤੀਤ ਜਾਂ ਨੇਚਾ ਆਉਂਦੀ ਸੁਣਨਾ, ਸੁਣਨ ਪ੍ਰਭੂ ਦੇ ਬਚਨ ਦੇ ਨਾਲ। ਓਕੇ, ਮੈਂ ਅੱਗੇ ਵੀ ਇਹ ਗੱਲ ਕਰ ਚੁੱਕਾ, ਆਪਾਂ ਫੇਰ ਮੁੜ ਕੇ ਕਰਦੇ ਹਾਂ। ਸਾਡੇ ਕੋਲ ਇਹ ਬਹੁਤ ਵੱਡੀ ਪ੍ਰੋਬਲਮ ਹੈ, ਅਸੀਂ ਸੁਣਨਾ ਨਹੀਂ ਚਾਹੁੰਦੇ ਹੈਗੇ। ਕਈ ਵਾਰੀ ਹੁਣ ਮੈਸੇਜ ਮੈਂ ਭੇਜਦਾ ਹਾਂ, ਕਈ ਭੈਣ ਭਰਾਵਾਂ ਨੂੰ ਪੁੱਛਣਾ ਜਦੋਂ ਕਿਤੇ ਮਿਲੇ, ਤੁਸੀਂ ਜੀ ਫਰਾਈਡੇ ਦੀ ਬਾਈਬਲ ਸਟੱਡੀ ਦਾ ਮੈਸੇਜ ਸੁਣਿਆ ਸੀ? ਪਾਸਟਰ ਜੀ ਅਸੀਂ ਬਿਜ਼ੀ ਬਹੁਤ ਸੀ। ਮੈਂ ਕਹਾਂ ਕਿਤੇ ਸੁਣ ਲੈਣਾ ਆ, ਉਦੋਂ ਮੇਰਾ ਵੇਲ ਨਹੀਂ ਲੱਗਾ। 2 ਹਫ਼ਤਿਆਂ ਬਾਅਦ ਫੇਰ ਪੁੱਛੋ ਤੁਸੀਂ ਸੁਣਿਆ ਸੀ? ਮੈਂ ਜਿਹੜਾ ਸੰਡੇ ਮੈਸੇਜ ਦਿੱਤਾ ਸੀ, ਮੈਂ ਕਿਸੇ ਨੂੰ 2-3 ਵਾਰੀ ਪੁੱਛਿਆ, ਕਰਕੇ ਉਹਨਾਂ ਨੂੰ ਉਸ ਮੈਸੇਜ ਦੀ ਲੋੜ ਸੀਗੀ। ਪਾਸਟਰ ਜੀ ਮੈਂ ਕੰਮ ਤੇ ਸੀ, ਪਾਸਟਰ ਜੀ ਮੈਂ ਬਿਜ਼ੀ ਹਾਂ, ਪਰ ਉਹਨੂੰ ਉਹਦੀ ਲੋੜ ਆ, ਮੈਨੂੰ ਦੀਦਾ ਉਹਨੂੰ ਉਹਦੀ ਲੋੜ ਆ। ਇੱਦਾਂ ਨਹੀਂ ਵੀ ਮੈਂ ਪ੍ਰਚਾਰ ਬਹੁਤ ਸੋਹਣਾ ਕਰਦਾ ਹਾਂ, ਇੱਦਾਂ ਵੀ ਉਹਨੂੰ ਉਸ ਬਚਨ ਦੀ ਲੋੜ ਆ। ਸੋ ਸਾਰਾ ਕੁਝ ਛੱਡ ਕੇ ਸਾਨੂੰ ਬਚਨ ਸੁਣਨ ਦੀ ਜ਼ਰੂਰਤ ਹੈ, ਫੇਰ ਨੇਚਾ ਆਉਣੀ ਆ। ਜੇ ਅਸੀਂ ਨਾ ਸੁਣਿਆ, ਨੇਚਾ ਨਹੀਂ ਆਉਣੀ ਹੈਗੀ। ਬੇਸ਼ੱਕ ਦੀ ਤੁਸੀਂ ਇਹਨੂੰ ਪਸੰਦ ਕਰੋ ਜਾਂ ਨਹੀਂ, ਸੱਚੀ ਗੱਲ ਹੈ, ਬਾਈਬਲ ਕਹਿ ਰਹੀ, ਜਿਹੜਾ ਜਗਦੀਸ਼ ਨਹੀਂ ਕਹਿ ਰਿਹਾ ਹੈਗਾ। Faith comes by hearing and hearing the word of God. ਨੇਚਾ ਆਉਂਦੀ ਸੁਣਨਾ, ਸੁਣਨ ਪ੍ਰਭੂ ਦੇ ਬਚਨ ਦੇ ਨਾਲ। Okay? ਤੋ ਮੈਂ ਇੱਦਾਂ ਵੀ ਕਹਿੰਦਾ, ਜਦੋਂ ਬਾਈਬਲ ਪੜ੍ਹਦੇ ਆ ਉੱਚੀ ਪੜ੍ਹਿਓ। ਓਕੇ, ਜ਼ਰੂਰੀ ਨਹੀਂ ਇਹਨੇ ਉੱਚੀ ਪੜ੍ਹਨਾ ਵੀ ਦੂਏ ਗਲੀ ਵਿੱਚ ਸਟਰੀਟ ਵਿੱਚ ਪਤਾ ਲੱਗ ਜਾਵੇ। ਨੋ, ਇਹਦਾ ਮਤਲਬ ਥੋੜ੍ਹਾ ਮੂੰਹੋਂ ਨਿਕਲ ਅੱਖਰ ਤੁਹਾਡੇ ਕੰਨਾਂ ਦੇ ਵਿੱਚ ਸੁਣੇ। ਕਾਹਤੇ ਕਰਕੇ ਨੇਚਾ ਏਦਾਂ ਆਉਣੀ ਆ। Faith comes by hearing and hearing the word of God. ਸੋ ਤੁਹਾਨੂੰ ਟਾਈਮ ਕੱਢਣ ਦੀ ਜ਼ਰੂਰਤ ਪੈਣੀ ਆ। ਮੈਂ ਇੱਕ ਵਾਰੀ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਅਸੀਂ ਬਿਜ਼ੀ ਬਹੁਤ ਆ, ਸਾਡਾ ਕੇਸ ਬਹੁਤ ਇੰਪੋਰਟੈਂਟ ਆ, ਪਾਸਟਰ ਜੀ ਪ੍ਰੇ ਕਰੋ, ਪ੍ਰੇ ਕਰੋ। ਵੀਕ ਦੇ ਵਿੱਚ 4-4, 5-5 ਵਾਰੀ ਵੀ ਫੋਨ ਆਉਣਾ, ਪਾਸਟਰ ਜੀ ਪ੍ਰੇ ਕਰਿਓ, ਪਾਸਟਰ ਜੀ ਪ੍ਰੇ ਕਰਿਓ। ਮੈਂ ਉਹਨਾਂ ਨੂੰ ਉਦੋਂ ਹੀ ਪ੍ਰੇ ਕਰਨੀ, ਬਲੀਵ ਵੀ ਕਰਨਾ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਚਰਚ ਨੂੰ ਨਹੀਂ ਆਉਂਦੇ ਹੈਗੇ? ਪਾਸਟਰ ਜੀ ਜਦੋਂ ਚਰਚ ਦਾ ਟਾਈਮ ਆਉਂਦਾ ਅਸੀਂ ਬਿਜ਼ੀ ਹੋ ਜਾਂਦੇ ਹਾਂ, ਕੋਈ ਰਿਸ਼ਤੇਦਾਰ ਆ ਜਾਂਦਾ ਆ, ਕੋਈ ਕੰਮ ਤੇ ਜਾਣਾ ਪੈਂਦਾ ਆ, ਆਹ ਹੁੰਦਾ, ਬਹੁਤ ਚੀਜ਼ਾਂ ਉਹਨੇ ਗਿਣ ਦਿੱਤੀਆਂ। ਐਂਡ ਸਾਰੀਆਂ ਚੀਜ਼ਾਂ ਵੈਲਿਡ ਸੀਗੀਆਂ, ਸਾਰੀਆਂ ਚੀਜ਼ਾਂ ਉਹ ਕਹਿੰਦੇ ਸਹੀ ਸੀਗੀ। ਪਰ ਮੈਂ ਫਿਰ ਉਹਨਾਂ ਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਜੇ ਤੁਹਾਡੀ ਡਾਕਟਰ ਦੇ ਨਾਲ ਅਪੁਆਇੰਟਮੈਂਟ ਹੁੰਦੀ, ਤੁਹਾਡੇ ਘਰ ਰਿਸ਼ਤੇਦਾਰ ਆ ਜਾਂਦੇ, ਤੁਸੀਂ ਕੀ ਕਹਿਣਾ ਸੀਗਾ? ਕਿ ਇੱਦਾਂ ਕਹਿਣਾ ਸੀ ਬਈ ਸੌਰੀ ਆ, ਤੁਸੀਂ ਬੈਠੋ ਜਾਂ ਤੁਸੀਂ ਹੋਰ ਟਾਈਮ ਆ ਜਾਇਓ, ਮੇਰੀ ਡਾਕਟਰ ਦੇ ਅਪੁਆਇੰਟਮੈਂਟ ਆ, ਮੈਨੂੰ ਜਾਣਾ ਪੈਣਾ ਹੈ। ਸੱਚੀ ਇੱਦਾਂ ਸਾਨੂੰ ਪ੍ਰਭੂ ਦੇ ਬਚਨ ਦੇ ਨਾਲ ਕਰਨਾ ਪੈਣਾ ਸੁਣਨ ਨੂੰ, ਜੇ ਅਸੀਂ ਫਤਿਹਮੰਦ ਜੀਵਨ ਰਹਿਣਾ ਚਾਹੁੰਦੇ ਹਾਂ, ਜੇ ਅਸੀਂ ਨੇਚਾ ਦੀ ਲੜਾਈ ਜਿੱਤਣਾ ਚਾਹੁੰਦੇ ਹਾਂ, ਜੇ ਅਸੀਂ ਹਾਰਦੇ ਹੀ ਰਹਿਣਾ ਆ, ਜਿੱਧਰ ਨੂੰ ਮਰਜੀ ਸ਼ੈਤਾਨ ਸਾਨੂੰ ਧੱਕੇ ਮਾਰੀ ਜਾਵੇ, ਫਿਰ ਇੱਦਾਂ ਹੀ ਚੱਲੀ ਚੱਲੋ। ਪਰ ਜੇ ਫਤਿਹ ਪਾਉਣ ਜੀਵਨ ਰਹਿਣਾ ਪਾਉਣਾ, ਫਿਰ ਸਾਨੂੰ ਟਾਈਮ ਕੱਢਣਾ ਪੈਣਾ ਹੈ। ਜੋ ਕੁਛ ਮਰਜੀ ਹੋਈ ਜਾਵੇ, ਮੈਂ ਬਚਨ ਸੁਣਨਾ ਹੈ, ਮੈਂ ਬਾਈਬਲ ਪੜ੍ਹਨੀ ਹੈ, ਮੈਂ ਪ੍ਰੇ ਕਰਨੀ ਹੈ। ਜਦੋਂ ਅਸੀਂ ਕਰਨ ਲੱਗ ਪਏ, ਜਦੋਂ ਇਹੀ ਕਰਨ ਲੱਗ ਪਏ, ਤੇ ਬਚਨ ਨੇ ਫੇਲ ਨਹੀਂ ਹੋਣਾ ਹੈਗਾ, ਅਸੀਂ ਫਤਿਹ ਪਾਉਣ ਲੱਗ ਪੈਣਾ ਹੈ। ਇੱਥੇ ਸਾਨੂੰ ਦੱਸ ਰਿਹਾ ਨੇਚਾ ਦੀ ਲੜਾਈ ਕਿੱਦਾਂ ਲੜਨੀ ਆ। ਇਹ ਅੱਜ ਆਪਾਂ ਸਿੱਖ ਰਹੇ ਹਾਂ, ਨੇਚਾ ਦੀ ਲੜਾਈ ਕਿੱਦਾਂ ਲੜਨੀ ਆ। ਰੋਮੀਓ ਦੀ ਕਿਤਾਬ ਦੇ ਵਿੱਚ ਸਾਨੂੰ ਦੱਸਦਾ ਆ, ਸ਼ੈਤਾਨ ਜਿੰਨਾ ਮਰਜੀ ਜ਼ੋਰ ਲਾ ਲਵੇ,
ਜੋ ਕੁਛ ਮਰਜ਼ੀ ਸਾਡੇ ਜੀਵਨ 'ਚ ਲੈ ਆਵੇ, ਜੇ ਅਸੀਂ ਇਹ ਤਿੰਨੇ ਹੀ ਸਟੈਪਸ ਟੇਕ ਕਰਦੇ ਹਾਂ, ਹਮ, ਉਹ ਵਿਕਟਰੀ ਜੇਤ ਸਾਡੇ ਤੋਂ ਹਟਾ ਨਹੀਂ ਸਕਦਾ ਹੈਗਾ। ਜੇਤ ਨੇ ਆਉਣਾ ਹੀ ਆਉਣਾ ਹੈ। ਕੋਈ ਵੀ ਸ਼ੈਤਾਨ ਕੋ ਹਥਿਆਰ ਹੈ ਨਹੀਂਗਾ ਜਿਹਦੇ ਨਾਲ ਉਹ ਸਾਨੂੰ ਜਿੱਤ ਸਕਦਾ ਹੈ। ਬਸ ਇਹ ਹੀ ਆ, ਜੇ ਸਾਨੂੰ ਪਤਾ ਨਹੀਂ ਹੈਗਾ ਸਾਡੀ ਕਿਹੜੀ ਚੀਜ਼ ਹੈ, ਇਹ ਹੀ ਹੈ ਜੇ ਸਾਨੂੰ ਪਤਾ ਨਹੀਂ ਹੈਗਾ ਪ੍ਰੇ ਕਿੱਦਾਂ ਕਰਨੀ ਹੈ, ਜਾਂ ਅਸੀਂ ਬਚਨ ਦੇ ਵਿੱਚ ਕਿੱਦਾਂ ਖੜੇ ਹੋਣਾ ਹੈ। ਹਮ, Okay? ਪਰ ਜੇ ਅਸੀਂ ਇਹ ਤਿੰਨੇ ਚੀਜ਼ਾਂ ਸਿੱਖ ਲਈਆਂ, ਕੋਈ ਵੀ ਸ਼ੈਤਾਨ ਦੇ ਕੋਲ ਹਥਿਆਰ ਹੈ ਨਹੀਂ ਜਿਹਦੇ ਨਾਲ ਉਹ ਸਾਡੇ ਤੋਂ ਜੇਤ ਲੈ ਸਕਦਾ ਹੈ। ਬਾਈਬਲ ਬਹੁਤ ਕਲੀਅਰਲੀ ਦੱਸਦੀ ਹੈ, ਸੁਣਿਓ। ਓਕੇ, ਕੋਈ ਵੀ ਚੀਜ਼ ਇਦਾਂ ਦੇ ਹੈ ਨਹੀਂ ਫਿਰ ਜਿਹੜਾ ਸਾਨੂੰ ਪਰਮੇਸ਼ਰ ਤੋਂ ਬਾਈਬਲ ਦੱਸਦੀ ਅਲੱਗ ਕਰ ਸਕਦਾ। ਰੋਮਨਸ ਚੈਪਟਰ 8 verse 37 to 39। ਹਾਂਜੀ, ਰੋਮੀਆਂ ਦੀ ਕਿਤਾਬ ਚੈਪਟਰ 8 ਤੇ ਵਰਸ 37 ਤੇ 38। 37 to 38, 39 ਸੌਰੀ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੈ ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਾਈਆਂ, ਨਾ ਡੂੰਘਾਈਆਂ, ਕੋਈ ਹੋਰ ਸ੍ਰਿਸ਼ਟੀ ਪਰਮੇਸ਼ਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਆਮੀਨ। ਸੋ ਇੱਥੇ ਕਿੱਥੋਂ ਸ਼ੁਰੂ ਹੁੰਦਾ? ਉਹ ਕਹਿੰਦਾ ਅਸੀਂ ਫਤਿਹ ਪਾਉਨੇ ਆ। ਓਕੇ, ਉਹ ਕਿਸੇ ਤਰ੍ਹਾਂ ਵੀ we are more than conquerors। ਉਹਦਾ ਕੀ ਮਤਲਬ? more than conquerors, ਹੱਦੋਂ ਵੱਧ ਫਤਿਹ ਪਾਉਨੇ ਆ। ਉਹਦਾ ਕੀ ਮਤਲਬ? ਇਹਦੇ ਵਿੱਚ ਸਾਨੂੰ ਲੜਨਾ ਨਹੀਂ ਪੈਣਾ ਹੈਗਾ, ਖੜੇ ਹੋਣਾ ਪੈਣਾ ਹੈ। ਫਿਰ ਉਹ ਦੱਸਦਾ ਸਾਨੂੰ ਕੋਈ ਵੀ ਚੀਜ਼ ਅਲੱਗ ਨਹੀਂ ਕਰ ਸਕਦੀ ਹੈਗੀ। ਮੈਂ ਇੱਥੇ ਬਹੁਤ ਵਾਰੀ ਕਹਿੰਦਾ, ਅੱਜ ਸੁਰਿੰਦਰ ਨੇ ਵੀ ਪਹਿਲਾਂ ਕਿਹਾ ਸੀਗਾ, ਅਸੀਂ ਆਪ ਜਦੋਂ ਮਰਜ਼ੀ ਪ੍ਰਭੂ ਤੋਂ ਦੂਰ ਹੋ ਸਕਦੇ ਹਾਂ, ਪਰ ਕੋਈ ਚੀਜ਼ ਸਾਨੂੰ ਉਹ ਤੋਂ ਦੂਰ ਨਹੀਂ ਕਰ ਸਕਦੀ ਹੈਗੀ। ਅਸੀਂ ਬਹੁਤ ਛੇਤੀ ਫਤਿਹ ਪਾ ਸਕਦੇ ਹਾਂ। ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸਿਆ ਹੈ, ਕੋਈ ਵੀ ਚੀਜ਼ ਸਾਨੂੰ ਜਿੱਤ ਨਹੀਂ ਸਕਦੀ ਹੈਗੀ। ਜ਼ਰੂਰ ਉਹਨੇ ਆਉਣਾ ਆ, ਉਹਨੇ ਆਪਣੇ ਹਥਿਆਰ ਲੈ ਕੇ ਆਉਣਾ ਆ, ਪਰ ਜੇ ਅਸੀਂ ਵਰਦੀ ਪਾਈ ਰੱਖੀ, ਜਿਹੜਾ ਆਪਣੇ ਵਾਸਤੇ ਅਫੀਸ਼ੀਅਨਸ ਦੀ ਕਿਤਾਬ ਦੇ ਵਿੱਚੋਂ, ਦ ਬੁੱਕ ਆਫ ਅਫੀਸ਼ੀਅਨ ਚੈਪਟਰ 6 ਦੇ ਵਿੱਚੋਂ ਤੇ ਉਹਦੀ 10 ਆਇਤ ਤੋਂ ਆਪਾਂ ਪੜ੍ਹਿਆ ਸੀਗਾ, ਉਹ ਸ਼ਾਸਤਰ ਬਾਸਤਰ ਕਿੱਦਾਂ ਬੰਨਣੇ ਆ। ਜੇ ਅਸੀਂ ਉਹ ਪਾ ਕੇ ਰੱਖੇ, ਸ਼ੈਤਾਨ ਕਿਸੇ ਤਰ੍ਹਾਂ ਵੀ ਜਿੱਤ ਨਹੀਂ ਸਕਦਾ ਹੈਗਾ। ਸੋ ਉਹਦੇ ਵਿੱਚੋਂ ਆਪਾਂ 6ਵਾਂ ਚੈਪਟਰ ਅਫੀਸ਼ੀਅਨ ਚੈਪਟਰ 6 verse 13 ਆਇਤ ਸੁਰਿੰਦਰ ਆਪਣੇ ਵਾਸਤੇ ਪੜੂਗੀ ਤੇ ਆਪਾਂ ਇਹਦੇ ਨਾਲ ਅੱਜ ਦਾ ਬੰਦ ਕਰ ਦੇਣਾ, ਪਰ ਸੁਰਿੰਦਰ 2 ਅੱਖਰ ਬੋਲੂਗੀ ਤੇ ਆਪਾਂ ਦੇਖਦੇ ਹਾਂ। ਅੱਜ ਇਹ ਦੇਖ ਰਹੇ ਹਾਂ, ਫਿਰ ਚੇਤਾ ਕਰਾਉਣਾ ਹੋ ਸਕਦਾ ਆਪਣੇ ਮਾਈਂਡ ਵਿੱਚੋਂ ਨਿਕਲ ਗਿਆ, ਹਾਊ ਟੂ ਫਾਈਟ ਦ ਗੁੱਡ ਫਾਈਟ ਆਫ ਫੇਥ। ਨੇਚਰ ਦੀ ਕਿੱਦਾਂ ਲੜਾਈ ਲੜਨੀ ਆ। ਹਾਂਜੀ ਹਾਂਜੀ, ਅਫੀਸ਼ੀਅਨਸ ਚੈਪਟਰ 6 verse 13। ਅਫੀਸ਼ੀਅਨ 6ਵਾਂ ਚੈਪਟਰ ਤੇ ਉਹਦੀ 13ਵੀਂ ਆਇਤ ਵਿੱਚ ਇੱਦਾਂ ਲਿਖਿਆ, ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਵਸਤਰ ਲੈ ਲਵੋ ਕਿ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਕੀ ਕਹਿੰਦਾ? ਸਾਰੇ ਸ਼ਸਤਰ ਵਸਤਰ ਲੈ ਕੇ ਫਿਰ ਅਸੀਂ ਖੜੋ ਸਕੀਏ, ਅਸੀਂ ਖੜੇ ਹੋ ਸਕੀਏ। ਜਦੋਂ ਅਸੀਂ ਸਾਰੇ ਸ਼ਸਤਰ ਵਸਤਰ ਪਹਿਨੇ ਹੋਏ ਆ, ਸ਼ੈਤਾਨ ਜੋ ਮਰਜ਼ੀ ਸਾਡੇ ਵੱਲ ਨੂੰ ਮਾਰੀ ਚਾਲੇ, ਜਿੰਨਾ ਮਰਜ਼ੀ ਉਹ ਪਾਵਰਫੁਲ ਹੋਵੇ, ਉਹ ਸਾਨੂੰ ਟੱਚ ਨਹੀਂ ਕਰ ਸਕਦਾ ਹੈਗਾ, ਉਹ ਕੁਛ ਕਰ ਨਹੀਂ ਸਕਦਾ ਹੈਗਾ। ਓਕੇ, ਸੋ ਇੱਥੇ ਸਾਨੂੰ ਤਾਂ ਹੀ ਦੱਸਦਾ, ਪਹਿਲਾ ਸ਼ਸਤਰ ਵਸਤਰ ਪਹਿਨ ਕੇ ਫੇਰ ਖੜੇ ਹੋਣਾ ਹੈ। ਜੇ ਅਸੀਂ ਨਹੀਂ ਸ਼ਸਤਰ ਵਸਤਰ ਪਹਿਨੇ ਹੈਗੇ, ਅਸੀਂ ਸੱਚਾਈ ਵਿੱਚ ਨਹੀਂ ਚੱਲਦੇ ਹੈਗੇ, ਤੇ ਅਸੀਂ ਜੋ ਵੀ ਇੱਥੇ 6ਵੀਂ ਆਇਤ ਦੇ ਚੈਪਟਰ ਵਿੱਚ ਲਿਖਿਆ ਸੀਗਾ, ਅਸੀਂ ਉਹ ਕੰਮਾਂ ਦੇ ਵਿੱਚ ਨਹੀਂ ਹੈਗੇ, ਫਿਰ ਉਹਨੇ ਜ਼ਰੂਰ ਕਿਸੇ ਨਾ ਕਿਸੇ ਸਾਨੂੰ ਜ਼ਖਮੀ ਕਰ ਲੈਣਾ ਹੈ। ਪਰ ਜਦੋਂ ਅਸੀਂ ਸ਼ਸਤਰ ਵਸਤਰ ਪਹਿਨ ਕੇ ਅਸੀਂ ਖੜੇ ਹਾਂ ਤੇ ਅਸੀਂ ਫਤਿਹ ਪਾ ਕੇ ਹਟਣਾ ਹੈ। ਸੋ ਇੱਥੇ ਬਹੁਤ ਕਲੀਅਰਲੀ ਸਾਨੂੰ ਦੱਸਦਾ, ਅਸੀਂ ਨੇਚਰ ਦੀ ਲੜਾਈ, ਪੌਲ ਦੱਸਦਾ ਸੀ ਟਿਮਥੀ ਨੂੰ, ਬਈ ਫਾਈਟ ਦ ਗੁੱਡ ਫਾਈਟ ਆਫ ਫੇਥ। ਤੇ ਮੈਂ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਇਹ, ਵੀ ਜੇ ਤੁਸੀਂ ਹੁਣ ਦੇਖ ਲਿਆ ਕਿਹੜੀ ਲੜਾਈ ਦੇ ਵਿੱਚ ਲੜਨੀ ਆ, ਜੇ ਤੁਸੀਂ ਰੋਂਗ ਲੜਾਈ ਦੇ ਵਿੱਚ ਉਹ ਚੋਂ ਨਿਕਲਿਆ, ਓਕੇ,
ਨੇਚਰ ਦੀ ਲੜਾਈ ਵਿੱਚ ਆ ਜਾਓ। ਆਮੀਨ। ਜੇ ਤੁਸੀਂ ਕਿਸੇ ਰਿਸ਼ਤੇਦਾਰ ਨਾਲ ਲੜਦੇ, ਹਸਬੈਂਡ ਵਾਈਫ ਦੇ ਨਾਲ ਲੜਦੇ, ਨਿਆਣਿਆਂ ਦੇ ਨਾਲ ਲੜਦੇ, ਉਹ ਛੱਡ ਦਿਓ। ਉਹਨਾਂ ਵਾਸਤੇ ਲੜੋ, ਪਰ ਨੇਚਰ ਦੇ ਵਿੱਚ, ਨੇਚਰ ਦੀ ਲੜਾਈ ਉਹਨਾਂ ਵਾਸਤੇ ਲੜੋ। ਆਮੀਨ। ਫਿਰ ਤੁਸੀਂ ਬਹੁਤ ਛੇਤੀ ਫਤਿਹ ਪਾ ਲੈਣੀ ਹੈ। ਓਕੇ, ਸੋ ਆਪਾਂ ਨੇਚਰ ਦੀ ਲੜਾਈ ਅੱਜ ਦੇਖੀ ਹੈ। ਇਹਦੇ ਬਾਰੇ ਆਪਾਂ ਥੋੜ੍ਹੀਆਂ ਹੋਰ ਦੇਖਾਂਗੇ, ਇਹ ਕਿੱਦਾਂ ਫਤਿਹ ਪਾ ਸਕਦੇ ਅਗਲੇ ਹਫ਼ਤੇ ਨੂੰ। ਪਰ ਸੁਰਿੰਦਰ ਥੋੜ੍ਹੀ ਜਿਹੀ ਚੀਜ਼ਾਂ ਇਹਦੇ ਬਾਰੇ ਬੋਲੂਗੀ। ਉਦੋਂ ਬਾਅਦ ਮੈਂ ਤੁਹਾਡੇ ਵਾਸਤੇ ਪ੍ਰੇ ਕਰੂੰਗਾ। ਤੇ ਜਿੰਨੇ ਵੀ ਮਿਰਕਲ ਚਾਹੁੰਦੇ ਆ, ਦਿਸ ਇਜ਼ ਅ ਮਿਰਕਲ ਵਰਕਿੰਗ ਈਅਰ। ਇਸ ਸਾਲ ਬਹੁਤ ਹੈਰਾਨਗਰੀ, ਬਹੁਤ ਬੜੀਆਂ ਚੀਜ਼ਾਂ ਹੋਣੀਆਂ। ਤੁਸੀਂ ਵੀ ਉਡੀਕ ਕਰਿਓ, ਤੁਸੀਂ ਵੀ ਐਕਸਪੈਕਟ ਕਰਿਓ, ਤੇ ਤੁਹਾਡੇ ਵਾਸਤੇ ਵੀ ਹੋਣਗੀਆਂ। ਆਮੀਨ। ਸੱਚੀ ਗੱਲ ਆ, ਪ੍ਰਭੂ ਦਾ ਅਸੀਂ ਧੰਨਵਾਦ ਤੇ ਸ਼ੁਕਰ ਕਰਦੇ ਹਾਂ ਕਿ ਪ੍ਰਭੂ ਦੇ ਵਚਨ ਪੜ੍ਹਨ ਦੇ ਨਾਲ ਸਾਨੂੰ ਪਤਾ ਲੱਗਦਾ ਆ ਕਿ ਸਾਡੀ ਕਿਹੜੀ ਚੀਜ਼ ਵਾ, ਯਿਸੂ ਮਸੀਹ ਨੇ ਸਾਡੇ ਵਾਸਤੇ ਕੀ ਕੀਤਾ ਤੇ ਕੀ ਉਹ ਚਾਹੁੰਦਾ ਜਦੋਂ ਅਸੀਂ ਉਹਦੇ ਕੋਲ ਆ ਜਾਂਦੇ ਆ ਤੇ ਉਹ ਸਾਨੂੰ ਕੀ ਕਰਨ ਨੂੰ ਚਾਹੁੰਦਾ ਹੈ। ਪਰ ਵਾਰੀ ਵਾਰੀ ਅਸੀਂ ਯਿਸੂ ਮਸੀਹ ਨੂੰ ਪਾ ਵੀ ਲੈਂਦੇ ਆ, ਪਰ ਸਾਡਾ ਜੀਵਨ ਨਹੀਂ ਬਦਲਦਾ, ਕਿਉਂਕਿ ਯਿਸੂ ਮਸੀਹ ਦੇ ਜੀਵਨ ਨੂੰ ਬਦਲਣ ਵਾਸਤੇ ਸਾਨੂੰ ਵੀ ਕੁਛ ਕਰਨਾ ਪੈਂਦਾ ਹੈ। ਸਾਨੂੰ ਆਪਣੀਆਂ ਚੀਜ਼ਾਂ, ਆਪਣੇ ਇਰਾਦੇ, ਆਪਣੇ ਖਿਆਲ ਇੱਕ ਪਾਸੇ ਰੱਖਣੇ ਪੈਂਦੇ ਆ ਤੇ ਜੋ ਪ੍ਰਭੂ ਦੇ ਰਾਹ ਹੈ ਉਹ ਫੜਨੇ ਪੈਂਦੇ ਆ। ਜਿੱਦਾਂ ਪਹਿਲਾਂ ਆਪਾਂ ਪੜ੍ਹਿਆ ਸੀ ਕਿ ਸਾਡੇ ਜੀਵਨ ਵਿੱਚ ਲੋਕਾਂ ਦੇ ਮੂਹਰੇ ਗਵਾਹੀ ਹੋਵੇ। ਮੈਂ ਯਿਸੂ ਮਸੀਹ ਨੂੰ ਪਾਇਆ 40 ਸਾਲ ਹੋ ਗਏ, 50 ਸਾਲ ਹੋ ਗਏ, 20 ਸਾਲ ਹੋ ਗਏ, 10 ਸਾਲ ਹੋ ਗਏ, ਪਰ ਜਿਹੜੇ ਮੇਰੇ ਰਿਸ਼ਤੇਦਾਰ ਵਾ ਉਹ ਇਹ ਕਹਿੰਦੇ ਆ ਕਿ ਇਹਨਾਂ ਦੇ ਜੀਵਨ 'ਚ ਤਾਂ ਕੁਛ ਫਰਕ ਨਹੀਂ ਪਿਆ, ਇਹ ਤਾਂ ਉਦਾਂ ਦੇ ਹੀ ਹੈ ਜਿੱਦਾਂ ਦੇ ਅੱਗੇ ਸੀਗੇ। ਸੋ ਉਹਨਾਂ ਨੇ ਮੇਰੀ ਗਵਾਹੀ ਉਹਨਾਂ ਦੇ ਸਾਹਮਣੇ ਠੀਕ ਨਹੀਂ ਰਹੀ। ਜੇ ਮੇਰੇ ਜੀਵਨ ਦੇ ਵਿੱਚ ਪਿਆਰ, ਸ਼ਾਂਤੀ, ਸਾਰਿਆਂ ਤੋਂ ਪਹਿਲਾਂ ਮਾਫੀ ਨਹੀਂ ਹੈਗੀ। ਅਸੀਂ ਪਿਆਰ ਵੀ ਕਰ ਸਕਦੇ ਪਰ ਮਾਫ ਨਹੀਂ ਕਈਆਂ ਨੂੰ ਕਰਦੇ। ਪਿਆਰ ਉਹਨਾਂ ਨੂੰ ਕਰਦੇ ਜਿਹੜੇ ਸਾਨੂੰ ਪਿਆਰ ਕਰਦੇ ਆ। ਯਿਸੂ ਮਸੀਹ ਨੇ ਪਹਿਲੀ ਗੱਲ ਸਾਡੇ ਲਈ ਇਹ ਕੀਤੀ, ਜਿਹੜੀ ਕਿ ਉਹਦੇ ਲਈ ਬਹੁਤ ਹੀ ਸ਼ਰਮਿੰਦਗੀ ਸੀਗੀ ਕਿ ਉਹਨੇ ਪਾਪ ਨਹੀਂ ਕੀਤਾ, ਪਰ ਫਿਰ ਵੀ ਮੇਰੇ ਪਾਪਾਂ ਦੀ ਖਾਤਰ, ਤੁਹਾਡੇ ਪਾਪਾਂ ਦੀ ਖਾਤਰ ਕ੍ਰੋਸ ਦੇ ਉੱਤੇ ਨੰਗਾ ਹੋ ਕੇ ਸਜ਼ਾ ਚੱਕੀ। ਉਹ ਸਜ਼ਾ ਚੱਕੀ ਜਿਹੜੀ ਪਾਪੀਆਂ ਨੂੰ ਮਿਲਣੀ ਚਾਹੀਦੀ ਸੀ। ਕ੍ਰੋਸ ਦੇ ਉੱਤੇ ਜਦੋਂ ਚੜਾਇਆ ਗਿਆ ਸੀ, ਲੋਕੀ ਉਹਦੇ ਮੂੰਹ ਤੇ ਥੁੱਕਦੇ ਸੀ, ਸ਼ੈਂਟੇ ਮਾਰ ਕੇ, ਝੂਠੀ ਗਵਾਹੀਆਂ ਬਣਾ ਕੇ ਉਹਨੂੰ ਕ੍ਰੋਸ ਤੇ ਚੜਾਇਆ ਸੀ। ਬਹੁਤ ਤੋਹਮਤਾਂ ਲਾਤੀਆਂ ਸੀਗੀਆਂ। ਪਰ ਜਦੋਂ ਉਹਨੇ ਕ੍ਰੋਸ ਦੇ ਉੱਤੇ ਦੇਖਿਆ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਆਲੇ ਦੁਆਲੇ ਖੜੇ ਆ, ਜਿਹੜੇ ਲੋਕ ਉਹਦੇ ਲਈ ਬੁਰਾ ਕਹਿੰਦੇ ਸੀਗੇ, ਉਹਨੇ ਇੱਕੋ ਹੀ ਪ੍ਰਾਰਥਨਾ ਕੀਤੀ, ਕਹਿੰਦਾ ਪ੍ਰਭੂ ਇਹਨਾਂ ਨੂੰ ਮਾਫ ਕਰ ਦੇ। ਫਿਰ ਅਫੀਸ਼ੀਅਨ ਦੇ ਵਿੱਚ ਵੀ, ਅਫੀਸ਼ੀਅਨ ਨਹੀਂ, ਮਤੀ ਦੇ ਵਿੱਚ ਵੀ ਲਿਖਿਆ ਕਿ ਪ੍ਰਭੂ ਕਹਿੰਦਾ ਤੁਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕਰੋ ਤਾਂ ਮੈਂ ਤੁਹਾਨੂੰ ਵੀ ਮਾਫ ਕਰ ਦੂੰਗਾ। ਹਾਲਾਂਕਿ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਸਜ਼ਾ ਕ੍ਰੋਸ ਦੇ ਉੱਤੇ ਚੱਕ ਲਈ ਆ, ਪਰ ਇੱਥੇ ਉਹ ਕੁਛ ਕਰਨ ਨੂੰ ਸਾਨੂੰ ਵੀ ਕਹਿ ਰਿਹਾ ਨਾ, ਵੀ ਤੁਸੀਂ ਵੀ ਉਹਨਾਂ ਨੂੰ ਮਾਫ ਕਰ ਦਿਓ। ਜਦੋਂ ਅਸੀਂ ਮਾਫ ਕਰਦੇ ਉੱਥੇ ਪਿਆਰ ਵੀ ਦਿਸਦਾ ਆ, ਕਿਉਂਕਿ ਯਿਸੂ ਮਸੀਹ ਦਾ ਪਿਆਰ ਵੀ ਉਦੋਂ ਪਤਾ ਲੱਗਾ ਜਦੋਂ ਉਹਨੇ ਤੋਹਮਤਾਂ ਨਹੀਂ ਉਹਨਾਂ ਤੇ ਲਾਈਆਂ, ਪਰ ਉਹਨਾਂ ਨੂੰ ਕਿਹਾ ਉਹਨਾਂ ਨੂੰ ਮਾਫ ਕਰ ਦੇ। ਜਦੋਂ ਮੈਂ ਆਪਣੇ ਪਤੀ ਦੇ ਵਿਰੁੱਧ, ਜਦੋਂ ਇਹ ਮੇਰੇ ਵਿਰੁੱਧ ਬੋਲਦੇ ਆ ਤਾਂ ਮੈਂ ਇਹਨਾਂ ਦਾ ਸਾਹਮਣਾ ਕਰਦੀ ਹਾਂ, ਫਿਰ ਮੈਂ ਚਾਹੇ ਕ੍ਰਿਸਚਨ ਹਾਂ, ਚਾਹੇ ਇਹ ਕ੍ਰਿਸਚਨ ਹਾਂ, ਫਿਰ ਸਾਡਾ ਜੀਵਨ ਜਿਹੜਾ ਦੂਜਿਆਂ ਵਾਸਤੇ ਇੱਕ ਵਿਟਨੈਸ ਨਹੀਂ ਹੈਗਾ। ਪਰ ਜਦੋਂ ਮੈਂ ਕਹਿੰਦੀ ਆ ਪ੍ਰਭੂ ਤੁਸੀਂ ਮੈਨੂੰ ਆਪਣਾ ਬਲ ਦੇਵੋ, ਤੁਸੀਂ ਮੇਰੀ ਮਦਦ ਕਰੋ, ਮੈਂ ਇੱਥੇ ਕਮਜ਼ੋਰ ਹਾਂ ਕਿ ਮੈਂ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ ਜਾਂ ਕਿਸੇ ਵੀ ਜਿਹੜਾ ਮੇਰੇ ਵਿਰੋਧ ਵਿੱਚ ਖੜਾ ਆ, ਮੈਨੂੰ ਮਾਫ ਕਰ ਦੇਵਾਂ, ਕਿਉਂਕਿ ਉਹ ਨਹੀਂ ਜਾਣਦਾ ਉਹ ਕੀ ਕਰ ਰਿਹਾ ਇਸ ਵੇਲੇ। ਉਹਦੀਆਂ ਅੱਖਾਂ ਖੋਲ੍ਹੋ। ਅਸੀਂ ਬਹੁਤ ਤਰੀਕਿਆਂ ਨਾਲ ਲੜਾਈ ਲੜ ਸਕਦੇ ਹਾਂ ਤੇ ਬਹੁਤ ਤਰੀਕਿਆਂ ਨਾਲ ਫਤਿਹ ਪਾ ਸਕਦੇ ਹਾਂ, ਕਿਉਂਕਿ ਜਿਹੜੇ ਬਚਨ ਵਾ ਤਾਂ ਹੀ ਸਾਨੂੰ ਸੁਣਨ ਦੀ ਜ਼ਰੂਰਤ ਆ, ਕਿਉਂਕਿ ਸਾਡੇ ਕੰਨ ਜਿਹੜੇ ਆ ਜੋ ਕੁਝ ਸੁਣਦੇ ਆ ਉੱਤੇ ਨੀਚਾ ਕਰਦੇ ਆ। ਜੇ ਅਸੀਂ ਪ੍ਰਭੂ ਦੇ ਬਚਨਾਂ ਨੂੰ ਸੁਣਾਂਗੇ ਤਾਂ ਸਾਡੀ ਨੀਚਾ ਪ੍ਰਭੂ ਦੇ ਬਚਨਾਂ ਦੇ ਵਿੱਚ ਵਧਣੀ ਆ। ਪਰ ਜੇ ਅਸੀਂ ਟੀਵੀ ਤੇ ਸੁਣਿਆ ਜਾਂ ਲੋਕਾਂ ਦੀਆਂ ਗਵਾਹੀਆਂ ਜਿਹੜੀਆਂ ਬਚਨ ਨਾਲ ਨਹੀਂ ਰਲਦੀਆਂ, ਉਹ ਸੁਣ ਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਵਰਤਿਆ, ਤੇ ਫਿਰ ਸਾਡੇ ਜੀਵਨ ਦੇ ਵਿੱਚ
ਉਹਦੇ ਉੱਤੇ ਸਾਡੀ ਨੇਚਾ ਵੱਧ ਜਾਣੀ Yeah. ਤੇ ਫੇਰ ਕੀ ਹੋਣਾ, ਜਿਹਦੇ ਵਿੱਚ ਅਸੀਂ ਮਜ਼ਬੂਤ ਹੋ ਗਏ, ਉਹੋ ਹੀ ਫਲ ਸਾਡੇ ਜੀਵਨਾਂ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ ਆ ਜਾਣਾ ਹੈ। ਸੋ ਇਸ ਕਰਕੇ ਜੇ ਅਸੀਂ ਚੰਗੇ ਫਲ ਪਾਉਣੇ ਆ, ਅਫੀਸੀਆਂ ਦੇ ਵਿੱਚ ਜਿੱਦਾਂ ਲਿਖਿਆ, ਸੋ ਤੁਸੀਂ ਆਪਣੀ ਕਮਰ ਸੱਚਾਈ ਦੇ ਨਾਲ ਕੱਸ ਕੇ। ਬਹੁਤ ਲੋਕ ਇੱਥੇ ਸੱਚਾਈ ਦੀ ਗੱਲ ਕਹਿੰਦੇ ਆ, ਉਹ ਕਹਿੰਦੇ ਸੱਚੇ ਹੀ ਤਾਂ ਹੈਗਾ ਆ, ਉਹ ਮੇਰੇ ਨਾਲ ਇਦਾਂ ਹੀ ਤਾਂ ਲੜਦਾ ਹੈ। ਮੈਂ ਕਹਿੰਦੀ ਆ ਪਾਸਟਰ ਜੀ ਮੇਰੇ ਆਖੇ ਨਹੀਂ ਲੱਗਦੇ, ਮੈਂ ਕਹਿੰਦੀ ਆ ਪਾਸਟਰ ਜੀ ਮੇਰੀ ਸੁਣਦੇ ਹੀ ਨਹੀਂ। ਇਹ ਸੱਚ ਆ, ਇਹ ਇੱਕ ਉਹ ਸੱਚ ਆ ਜਿਹੜਾ ਬਦਲ ਸਕਦਾ ਹੈ। ਕਿੱਦਾਂ ਬਦਲ ਸਕਦਾ? ਕਰਕੇ ਯਿਸੂ ਮਸੀਹ ਨੇ ਸਾਨੂੰ ਛੁਡਾ ਲਿਆ ਉਸ ਪਾਪ ਦੀ ਕੈਦ ਤੋਂ, ਇਹ ਵੀ ਸੱਚ ਆ। ਤੇ ਉਹ ਦੂਜਿਆਂ ਤੇ ਵੀ ਰਹਿਮ ਕਰਨ ਵਾਲਾ ਪਰਮੇਸ਼ਰ, ਉਹਨਾਂ ਨੂੰ ਵੀ ਛੁਡਾ ਸਕਦਾ ਹੈ। ਫਿਰ ਦੂਸਰੀ ਗੱਲ ਵਾ ਕਿ ਉਹ ਕਹਿੰਦਾ ਕਮਰ ਸੱਚਾਈ ਨਾਲ ਕੱਸ ਕੇ ਤੇ ਧਰਮ ਦੀ ਸੰਜੋ ਪਹਿਨ ਲਓ। ਸਾਨੂੰ ਫਿਰ ਯਿਸੂ ਮਸੀਹ ਦਾ ਧਰਮ ਵੀ ਲੈ ਲੈਣਾ ਚਾਹੀਦਾ, ਜਿਹੜਾ ਉਹਨੇ ਸਾਡੇ ਲਈ ਧਰਮੀ ਕੰਮ ਕੀਤਾ ਹੈ। ਅਤੇ ਮਿਲਾਪ ਦੀ ਖੁਸ਼ਖਬਰੀ ਦੀ, ਆਹ ਬਹੁਤ ਵੱਡੀ ਗੱਲ ਵਾ ਕਿ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖਲੋ ਸਕੀਏ। ਅਸੀਂ ਬਹੁਤ ਵਾਰੀ ਦੂਜਿਆਂ ਨੂੰ ਵੀ ਪ੍ਰਚਾਰ ਕਰ ਸਕਦੇ ਹਾਂ, ਕਰਨਾ ਚਾਹੀਦਾ ਵੀ ਆ, ਕਿਉਂਕਿ ਯਿਸੂ ਮਸੀਹ ਨੇ ਕਿਹਾ ਦੁਨੀਆ ਦੇ ਵਿੱਚ ਜਾ ਕੇ ਮੇਰੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪਰ ਸਾਨੂੰ ਘਰ ਵਿੱਚ ਵੀ ਮੇਲ ਮਿਲਾਪ ਰੱਖਣ ਦੀ ਲੋੜ ਹੈ, ਤਾਂ ਕਿ ਸਾਡੀ ਮਿਨਿਸਟਰੀ ਘਰ ਤੋਂ, ਪਰਿਵਾਰ ਤੋਂ ਵੀ ਸ਼ੁਰੂ ਹੁੰਦੀ ਹੈ। ਬਹੁਤ ਔਖਾ ਹੁੰਦਾ ਆ, ਜਿਹਦੇ ਨਾਲ ਅਸੀਂ ਰੋਜ਼ ਰਹਿੰਦੇ ਹਾਂ ਤਾਂ ਮੁਸੀਬਤਾਂ ਵੀ ਘਰ ਵਿੱਚੋਂ ਹੀ ਸ਼ੁਰੂ ਹੋ ਜਾਂਦੀਆਂ ਹੈ। ਸੋ ਇਹ ਸੌਖੀ ਗੱਲ ਨਹੀਂ ਹੈਗੀ, ਪਰ ਇਹ ਸਾਡੀ ਲੜਾਈ ਆ। ਤੇ ਇੱਥੇ ਵੀ ਅਸੀਂ ਜਿਹੜਾ ਬੈਰੀ ਆ, ਉਹਨੇ ਸਾਡੇ ਘਰ ਦੇ ਵਿੱਚ ਫੁੱਟ ਪਾਈ ਆ, ਉਹ ਸਾਨੂੰ ਦਿਖਾਲਦਾ ਆ ਕਮੀਆਂ ਸਾਡੀਆਂ। ਪਰ ਪ੍ਰਭੂ ਸਾਨੂੰ ਜਦੋਂ ਕਮੀ ਦਿਖਾਲਦੇ ਆ, ਉਹ ਦੋਸ਼ ਲਾਉਣ ਵਾਸਤੇ ਨਹੀਂ ਦਿਖਾਲਦੇ, ਉਹ ਸਾਨੂੰ ਉਹਦੇ ਵਿੱਚੋਂ ਕੱਢਣ ਲਈ ਦਿਖਾਲਦੇ ਆ ਤੇ ਉਸ ਰਾਹ ਤੇ ਸਾਨੂੰ ਲੈ ਕੇ ਜਾਂਦੇ ਆ। ਸੋ ਪਹਿਲੀ ਚੀਜ਼, ਆਪਾਂ ਇੱਕ ਦੂਏ ਨੂੰ ਮਾਫ ਕਰਨਾ ਆ ਤੇ ਪਿਆਰ ਜਿਹੜਾ ਯਿਸੂ ਮਸੀਹ ਨੇ ਕੀਤਾ, ਉਹਦੇ ਨੂੰ ਆਪਣੇ ਦਿਲ ਦੇ ਵਿੱਚ ਵੀ ਉਹਨੂੰ ਕਬੂਲ ਕਰਨਾ। ਕਈ ਵਾਰੀ ਅਸੀਂ ਆਪਣੇ ਆਪ ਨੂੰ ਵੀ ਨਹੀਂ ਮਾਫ ਕਰਦੇ ਹੈਗੇ। ਸੋ ਆਪਣੀਆਂ ਸ਼ੈਤਾਨ ਜਿਹੜੀਆਂ ਸਾਡੇ ਤੇ ਤੁਹਮਤਾਂ ਲਾਉਂਦਾ, ਉਹ ਤੋਂ ਵੀ ਆਪਾਂ ਛੁਟਕਾਰਾ ਪਾਉਣਾ ਹੈ ਕਿ ਯਿਸੂ ਮਸੀਹ ਨੇ ਮੇਰੇ ਵਾਸਤੇ ਕ੍ਰੋਸ ਦੇ ਉੱਤੇ ਸਜ਼ਾ ਦਿੱਤੀ ਹੈ। ਜਦੋਂ ਅਸੀਂ ਆਪਣੇ ਆਪ ਨੂੰ ਮਾਫ ਕਰਨਾ ਸਿੱਖ ਲਿਆ, ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲਿਆਉਣਾ ਸਿੱਖ ਲਿਆ, ਅਸੀਂ ਦੂਜਿਆਂ ਨੂੰ ਵੀ ਮਾਫ ਕਰਨ ਸਿੱਖ ਲੈਣਾ ਹੈ। ਆਮੇਨ। ਕਿਉਂਕਿ ਬੈਰੀ ਦਾ ਕੰਮ ਆ, ਪਹਿਲਾਂ ਉਹ ਸਾਡੇ ਤੇ ਹੀ ਦੋਸ਼ ਲਾਉਂਦਾ ਹੈ। ਜਦੋਂ ਅਸੀਂ ਇਹ ਤੇ ਫਤਿਹ ਪਾ ਲੈਂਦੇ, ਫਿਰ ਹੋਰ ਕਿਸੇ ਨੂੰ ਲੈ ਆਉਂਦਾ ਹੈ, ਫਿਰ ਹੋਰ ਕਿਸੇ ਨੂੰ ਲੈ ਆਉਂਦਾ। ਕਿਉਂਕਿ ਬੈਰੀ ਦਾ ਕੰਮ ਇਹ ਆ ਕਿ ਸਾਡੇ ਜੀਵਨ ਦੇ ਵਿੱਚ ਘਸਮਾਣ ਦਾ ਆਤਮਾ ਰਹੇ। ਸੋ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ, ਤਾਂ ਹੀ ਬਚਨ ਸੁਣਨਾ ਜ਼ਰੂਰੀ ਆ, ਕਿਉਂਕਿ ਪ੍ਰਭੂ ਆਪਣੇ ਬਚਨਾਂ ਦੇ ਰਾਹੀਂ ਗੱਲਾਂ ਕਰਦਾ ਹੈ। ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਮੂੰਹ ਦੇ ਅੱਖਰਾਂ ਦੇ ਨਾਲ ਗੱਲਾਂ ਕਰਦੇ ਹੋ, ਇੱਦਾਂ ਹੀ ਪਿਤਾ ਪਰਮੇਸ਼ਰ ਵੀ ਉਹਦੀ ਬਾਣੀ ਦੇ ਰਾਹੀਂ ਆਪਣੇ ਨਾਲ ਗੱਲਾਂ ਕਰਦਾ। ਸੋ ਜ਼ਰੂਰੀ ਆਪਾਂ ਟਾਈਮ ਕੱਢੀਏ ਤੇ ਪ੍ਰਭੂ ਦੇ ਬਚਨਾਂ ਦੇ ਵੱਲ ਨੂੰ ਧਿਆਨ ਦੇਈਏ ਤੇ ਉਹਦੀ ਆਵਾਜ਼ ਨੂੰ ਸੁਣੀਏ। ਆਮੇਨ। ਆਮੇਨ। ਆਇਓ ਆਪਾਂ ਹੁਣ ਪ੍ਰੇ ਕਰਦੇ ਹਾਂ। ਜੇ ਤੁਸੀਂ ਇਸ ਵੇਲੇ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਬਣਾਉਣਾ ਚਾਹੁੰਦੇ ਆ, ਪਾਪਾਂ ਦੀ ਮਾਫੀ ਚਾਹੁੰਦੇ ਆ, ਤੇ ਤੁਸੀਂ ਫਿਰ ਨਵਾਂ ਜੀਵਨ ਸ਼ੁਰੂ ਕਰ ਸਕਦੇ ਆ, ਜਿਹਦੇ ਨਾਲ ਤੁਸੀਂ ਵੀ ਫਤਿਹਮੰਦ ਜੀਵਨ ਰਹਿ ਸਕਦੇ ਆ। ਸੋ ਪਹਿਲੀ ਸਟੈਪ ਇਹ ਹੀ ਆ ਬਈ ਸਾਡੇ ਪਾਪ ਮਾਫ ਹੋ ਜਾਣ। ਨਹੀਂ ਤਾਂ ਤੁਹਾਡੇ ਜਦੋਂ ਤੁਸੀਂ ਪ੍ਰੇ ਕਰਨ ਲੱਗਣਾ, ਸ਼ੈਤਾਨ ਨੇ ਤੁਹਾਡੇ ਪਾਪ ਮੂਹਰੇ ਲਿਆਉਣੇ ਆ ਤੇ ਤੁਸੀਂ ਕਦੇ ਵੀ ਫਤਿਹਮੰਦ ਜੀਵਨ ਨਹੀਂ ਰਹਿਣਾ ਹੈਗਾ। ਸੋ ਆਪਾਂ ਪ੍ਰੇ ਕਰਦੇ ਹਾਂ, ਜਿਹੜੇ ਵੀ ਯਿਸੂ ਮਸੀਹ ਨੂੰ ਪਾਉਣਾ ਚਾਹੁੰਦੇ ਆ, ਇਸ ਵੇਲੇ ਤੁਸੀਂ ਪਾ ਸਕਦੇ ਆ ਜਦੋਂ ਮੈਂ ਪ੍ਰੇ ਕਰਦਾ ਹਾਂ। ਆ ਜਾਓ ਆਪਾਂ ਪ੍ਰੇ ਕਰੀਏ। ਉਸ ਤੋਂ ਬਾਅਦ ਫਿਰ ਆਪਾਂ ਬਿਮਾਰਾਂ ਵਾਸਤੇ ਪ੍ਰੇ ਕਰਾਂਗੇ, ਜਿਹੜੇ ਮਿਰਕਲ ਚਾਹੁੰਦੇ ਉਹਨਾਂ ਵਾਸਤੇ ਵੀ ਪ੍ਰੇ ਕਰਾਂਗੇ, ਵੱਡੀ ਮਿਰਕਲ ਸਾਰਿਆਂ ਨੂੰ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਇਸ ਵੇਲੇ ਜਿੰਨੇ ਵੀ ਮੇਰੇ ਭੈਣ ਭਰਾ ਸੁਣ ਰਹੇ ਆ, ਸਵਰਗ ਪਿਤਾ, ਜਿੰਨੀ ਹਾਲੇ ਤੁਹਾਨੂੰ ਜਾਣਦੇ ਨਹੀਂ ਹੈਗੇ, ਜਿਹੜੇ ਤੁਹਾਡੇ ਤੋਂ ਜੁਦੇ ਆ, ਸਵਰਗ ਪਿਤਾ ਤੁਸੀਂ ਉਹਨਾਂ ਦੇ ਪਾਪ ਮਾਫ ਕਰੋ। ਸਵਰਗ ਪਿਤਾ, ਯਿਸੂ ਮਸੀਹ ਨੇ ਉਹਨਾਂ ਦੇ ਪਾਪ ਕ੍ਰੋਸ ਉੱਤੇ ਚੱਕ ਲਏ ਸੀ, ਤੇ ਸਵਰਗ ਪਿਤਾ ਕਰਕੇ ਉਹਨੇ ਕੀਮਤ ਦੇਤੀ ਆ, ਉਹਨਾਂ ਨੂੰ ਇਹ ਕੀਮਤ ਦੇਣ ਦੀ ਜ਼ਰੂਰਤ ਨਹੀਂ। ਸਵਰਗ ਪਿਤਾ ਉਹ ਨੇਚਾ ਰੱਖਦੇ ਆ ਬਈ ਯਿਸੂ ਮਸੀਹ ਸਾਡੀ ਮੌਤ ਤੇ ਮਰ ਗਿਆ ਸੀ, ਇਸ ਕਰਕੇ ਸਵਰਗ ਪਿਤਾ ਉਹਨਾਂ ਦੇ ਪਾਪ ਮਾਫ ਕਰ ਦਿਓ ਤੇ ਸਵਰਗ ਪਿਤਾ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਓ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਲ ਵਿੱਚ ਕਰਦੇ ਹਾਂ। ਆਮੇਨ। ਤੇ ਸਵਰਗ ਪਿਤਾ, ਅਸੀਂ ਉਸ ਭੈਣ ਭਰਾਵਾਂ ਵਾਸਤੇ ਪ੍ਰੇ ਕਰਦੇ ਹਾਂ
ਜਿਹੜੇ ਇਸ ਵੇਲੇ ਸਵਰਗਦੂਤਾਂ ਨੂੰ ਮਿਰਕਲ ਦੀ ਲੋੜ ਆ, ਬਹੁਤ ਕਿਸੇ ਬਿਮਾਰੀ ਜਾਂ ਸਵਰਗਦੂਤ ਕਿਸੇ ਦੁੱਖ ਤਕਲੀਫ ਦੇ ਵਿੱਚ ਫਸੇ ਹੋਏ ਆ, ਜਿਹਦੇ ਮਿਰਕਲ ਤੋਂ ਬਗੈਰ ਨਿਕਲ ਨਹੀਂ ਸਕਦੇ ਹੈਗੇ, ਤਾਂ ਸਵਰਗਦੂਤਾ ਤੁਸੀਂ ਮਿਰਕਲ ਵਰਕਿੰਗ ਪਰਮੇਸ਼ਰ ਹੈ। You work miracles, Father. So, Father, we're asking that you work a miracle in their lives. ਸਵਰਗਦੂਤਾ ਅਸੀਂ ਐਸੇ ਵੇਲੇ ਮੰਗਦੇ ਹਾਂ, ਜਿੰਨੇ ਵੀ ਭੈਣ ਭਰਾ ਸੁਣ ਰਹੇ ਆ, ਜਿੱਦਾਂ ਦੀ ਉਹਨਾਂ ਨੂੰ ਮਿਰਕਲ ਚਾਹੀਦੀ ਆ, ਜਦੋਂ ਹੁਣ ਆਪਾਂ ਪ੍ਰੇ ਕਰਦੇ ਹਾਂ ਸਵਰਗਦੂਤਾ, ਜਿਹੜੇ ਡਿਪਰੈਸ਼ਨ ਆਪਰੇਸ਼ਨ ਹੈ, ਯਿਸੂ ਮਸੀਹ ਦੇ ਨਾਂ ਦੇ ਵਿੱਚ ਟੁੱਟ ਜਾਣ। ਕੈਂਸਰ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦਾ ਰਹੇ। COVID-19 ਯਿਸੂ ਮਸੀਹ ਦੇ ਨਾਂ ਦੇ ਵਿੱਚ ਛੱਡ ਕੇ ਚੱਲ ਜਾਵੇ। ਸਵਰਗਦੂਤਾ ਜੇ ਕਿਸੇ ਨੂੰ ਤਾਪ ਚੜਿਆ, ਜੇ ਕਿਸੇ ਨੂੰ ਦਿਲ ਦੀ ਬਿਮਾਰੀ ਹੈ, ਜੇ ਖੂਨ ਦੀ ਬਿਮਾਰੀ ਆ, ਮੈਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦਾ, ਐਸੇ ਵੇਲੇ ਸਵਰਗਦੂਤਾ ਉਹ ਸ਼ਿਫਾ ਪਾ ਲੈਣ। ਸਵਰਗਦੂਤਾ ਜੇ ਹੋਰ ਕੋਈ ਇਸ ਵੇਲੇ ਬਿਮਾਰੀ ਆ, ਮੈਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦਾ, ਪੈਰਾਂ ਤੋਂ ਲਾ ਕੇ ਸਿਰ ਤੱਕ ਸਵਰਗਦੂਤਾ ਸਾਰੇ ਬਿਮਾਰੀਆਂ ਸਰੀਰ ਦੇ ਵਿੱਚੋਂ ਜਾਂਦੀਆਂ ਰਹਿਣ, ਯਿਸੂ ਮਸੀਹ ਦੇ ਨਾਂ ਦੇ ਵਿੱਚ। ਸਵਰਗਦੂਤਾ ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ। ਯਿਸੂ ਮਸੀਹ ਨੇ ਕੀਮਤ ਦੇਤੀ ਆ। ਬਾਈਬਲ ਸਾਨੂੰ ਦੱਸਦੀ ਹੈ, ਯਿਸੂ ਮਸੀਹ ਦੇ ਮਾਰ ਖਾਣ ਦੇ ਨਾਲ ਅਸੀਂ ਨਿਰੋਏ ਕੀਤੇ ਜਾਂਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਆ, ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹਨਾਂ ਨੂੰ ਸ਼ਿਫਾ ਮਿਲ ਰਹੀ ਆ। ਐਸੇ ਵੇਲੇ ਹੋਲੀ ਸਪਿਰਿਟ ਉਹਨਾਂ ਨੂੰ ਛੂ ਰਿਹਾ ਹੈ ਤੇ ਉਹਨਾਂ ਨੂੰ ਆਜ਼ਾਦ ਕਰ ਰਿਹਾ ਹੈ। ਸਵਰਗਦੂਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੇਨ, ਆਮੇਨ। ਹਾਂਜੀ, ਆਪਾਂ ਸੰਡੇ ਨੂੰ ਫੇਰ 3:30 ਵਜੇ ਮਿਲਾਂਗੇ। ਥੈਂਕ ਯੂ ਤੁਹਾਡਾ, ਤੁਸੀਂ ਸਾਡੇ ਨਾਲ ਜੁਆਇਨ ਕੀਤਾ। ਪ੍ਰਭੂ ਤੁਹਾਨੂੰ ਬਹੁਤ ਸਾਰਾ ਬਲੈਸ ਕਰੇ, ਤੇ ਆਉਣ ਵਾਲੇ ਹਫਤੇ ਫੇਰ ਫਰਾਈਡੇ ਨੂੰ ਵੀ ਮਿਲਾਂਗੇ। ਉਦੋਂ ਤੱਕ ਤੁਸੀਂ ਬਲੈਸ ਰਹੋ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰਹੋ ਤੇ ਪ੍ਰਭੂ ਦੀ ਆਵਾਜ਼ ਸੁਣਦੇ ਰਹੋ। ਪ੍ਰਭੂ ਤੁਹਾਨੂੰ ਬਲੈਸ ਕਰੇ ਸਾਰੇ ਪਰਿਵਾਰਾਂ ਨੂੰ, ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ, ਆਮੇਨ। Praise the Lord. Bless you.